ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕਉ ਬੰਦਨਾ
ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਲਗ ਦੁੰਦਬ ਦੋਇ ਸਮੈ ਮੈਂ, ਬਾਜਤ ਗੁਰ ਕੇ ਪਾਰ। ਸ਼ਬਦ ਨ ਫੀਰਨ ਕੋ ਮਿਲਹਿ, ਗਾਏ ਸ਼ਬਦ ਸਿਰ ਮਾਰ। ਲਗ ਦੁੰਦਬ ਦੋਇ ਸਮੈ ਮੈਂ, ਬਾਜਤ ਗੁਰ ਕੇ ਪਾਰ। ਸ਼ਬਦ ਨ ਫੀਰਨ ਕੋ ਮਿਲਹਿ, ਗਾਏ ਸ਼ਬਦ ਸਿਰ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਭਗਤ ਵਛਲ, ਦੀਨਾ ਬੰਧੂ, ਕਰੁਣਾ ਨਿਧਾਨ, ਸ਼ਬਦਾ ਅਵਤਾਰ, ਮਿਹਰਾਮਤਾਂ, ਦਸ ਸਾਗਰ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਜੀ ਨੂੰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਧਿਆਏ ਰਾਮ। ਸਤਿਗੁਰਾਂ ਦੇ ਦਰ ਕਰਦੀ ਸੋਭਾ ਸਿਫਤੀ, ਉਸ ਅਕਾਲ ਪੁਰਖ ਦੇ ਦਰ ਕਰਦੀਆਂ ਵਡਿਆਈਆਂ, ਉਸ ਪਰਮੇਸ਼ਰ ਦਾ ਨਾਮ ਜਪਣ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਜਿਸ ਨਾਮ ਦੇ ਪ੍ਰਤਾਪ ਨਾਲ ਸੁੱਕੇ ਹੋਏ ਮਨ ਹਰੇ ਹੁੰਦੇ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਤਿਗੁਰਾਂ ਦੀ ਸੰਗਤ ਦਾ ਪ੍ਰਤਾਪ ਸੁੱਕੀ ਲੱਕੜ ਹਰੀ ਕਰਨ ਦਾ ਜਿਹੜਾ ਬਲ ਰੱਖਦਾ ਹੈ। ਇਹੋ ਜੀ ਸੰਗਤ ਦੀਆਂ ਘੜੀਆਂ ਦਾ ਆਪ ਵੀ ਆਨੰਦ ਮਾਣ ਰਹੇ ਹੋ। ਵੱਡੇ ਭਾਗਾਂ ਵਾਲੇ ਹਾਂ। ਪਿਛਲੇ ਕਾਫੀ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਬਾਲ ਅਵਸਥਾ ਦੇ ਚੋਜ ਕੌਤਕ ਸ਼ਰਵਣ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਪਿਛਲੇ ਸਮੇਂ ਦੀਵਾਨ ਵਿੱਚ ਜੋ ਪ੍ਰਸੰਗ ਆਪਾਂ ਸ਼ਰਵਣ ਕੀਤਾ, ਸੁਣਿਆ, ਵਿਚਾਰਿਆ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 5 ਵਰ੍ਹਿਆਂ ਦੀ ਉਮਰ ਜਦ ਸੀ, ਚੇਚਕ ਦਾ ਰੋਗ, ਜਿਹਨੂੰ ਕੋਈ ਸੀਤਲਾ ਮਾਤਾ ਦਾ ਨਾਮ ਦਿੰਦੇ ਹੈ, ਉਹ ਚੇਚਕ ਦੇ ਰੋਗ ਦਾ ਲੱਛਣ ਹੁੰਦਾ, ਉਹਦਾ ਕੋਈ ਤਾਪ ਹੁੰਦਾ ਹੈ, ਜਿਹਦੇ ਨਾਲ ਸਰੀਰ ਦੇ ਉੱਪਰ ਛੋਟੇ ਛੋਟੇ ਫੋੜੇ ਫਿਣਸੀਆਂ ਉਹ ਉਭਾਰ ਵਿੱਚ ਆ ਜਾਂਦੇ ਹੈ। ਗਰੀਬ ਨਵਾਜ ਨੇ ਵੀ ਮਨੁੱਖਾ ਜਾਮਾ ਧਾਰਿਆ ਹੋਣ ਕਰਕੇ ਇਹੋ ਜਿਹੇ ਕੌਤਕ ਸੱਚੇ ਪਾਤਸ਼ਾਹ ਜੀ ਕਰਦੇ ਰਹੇ ਹੈ। ਜਿਹਨੂੰ ਕੋਈ ਆ ਸੀਤਲਾ ਮਾਤਾ ਨਾਮ ਕਹਿ ਦਿੰਦੇ ਹੈ, ਤੇ ਉਹ ਹੈ ਤਾਂ ਇੱਕ ਬਿਮਾਰੀ ਇੱਕ ਤਰ੍ਹਾਂ ਦੀ, ਜਿਹਦੇ ਨਾਲ ਸਰੀਰ ਜਿਹੜਾ ਰੋਗਗ੍ਰਸਤ ਹੋ ਜਾਂਦਾ ਹੈ। ਪੀੜਾਂ ਦਾ ਨਿਕਲਣਾ, ਅੰਦਰੋਂ ਸਾੜਾ ਚਮੜੀ ਰਾਹੀਂ ਬਾਹਰ ਨਿਕਲਦਾ, ਤੇ ਜਿਵੇਂ ਉਹ ਕਈ ਲੋਕ ਇਹਨੂੰ ਮਾਤਾ ਆਖੇ ਨਿਕਲੀ ਆ, ਉਹ ਮੰਨ ਕੇ ਉਹ ਕੋਈ ਵੰਨ ਸਵੰਨੀ ਮਨੌਤ ਜਿਵੇਂ ਦੀ ਉਹ ਕਈ ਗਧੇ ਨੂੰ ਵੀ ਮੱਥੇ ਟੇਕੀ ਜਾਂਦੇ ਆ। ਉਹ ਤਾਂ ਟੇਕਦੇ ਆ, ਉਹ ਕਹਿੰਦੇ ਆਖੇ ਸੀਤਲਾ ਮਾਤਾ ਜਿਹੜੀ ਉਹ ਗਧੇ ਦੀ ਸਵਾਰੀ ਕਰਦੀ ਹੈ, ਇਸ ਕਰਕੇ ਕਈ ਉਹ
ਰੂੜੀਆਂ ਤੇ ਫਿਰਦੇ ਗਧੇ ਨੂੰ ਵੀ ਮੱਥੇ ਟੇਕੀ ਜਾਂਦੇ ਆ, ਪਰ ਹੈ ਵਾਸਤਵ ਵਿੱਚ ਇੱਕ ਰੋਗ ਹੀ, ਜਿਵੇਂ ਬੁਖਾਰ ਹੈ। ਤੇ ਕੁਝ ਰੋਗ ਜਿਹੜੇ ਆ ਉਹ ਸਮਾਂ ਪੈਣ ਤੇ ਇੱਕ ਵਾਰੀ ਉੱਠਦੇ ਆ ਫਿਰ ਬਹਿ ਜਾਂਦੇ। ਇਹ ਵੀ ਕੋਈ 4-5 ਦਿਨ, ਕਿਸੇ ਨੂੰ 3 ਦਿਨ, ਕਿਸੇ ਨੂੰ 5-7 ਦਿਨ ਥੋੜਾ ਪ੍ਰਤਾਪ ਜਿਹਾ ਆਪਦਾ ਵਿਖਾਉਂਦਾ ਹੈ, ਫਿਰ ਹੌਲੀ ਹੌਲੀ ਇਹ ਘਟਨਾ ਸ਼ੁਰੂ ਹੋ ਜਾਂਦਾ। ਪਰ ਕਈ ਵਾਰੀ ਇਹਦੇ ਨਾਲ ਕਿਸੇ ਸਰੀਰ ਦੇ ਅੰਗ ਦਾ ਮਾੜਾ ਮੋਟਾ ਨੁਕਸਾਨ ਵੱਡਾ ਵੀ ਹੋ ਜਾਂਦਾ, ਥੋੜਾ ਵੀ। ਖਾਸ ਕਰਕੇ ਨੇਤਰਾਂ ਨੂੰ ਜ਼ਿਆਦਾ ਇਹਦਾ ਪ੍ਰਭਾਵ ਜਿਹਾ ਪੈਂਦਾ। ਤੇ ਮਾਤਾ ਗੰਗਾ ਜੀ ਬੜੇ ਚਿੰਤਾ ਵਿੱਚ ਹਨ ਵੀ ਇੰਨਾ ਤਾਪ ਹੈ ਇਹ ਬਿਮਾਰੀ ਦਾ, ਵੀ ਕਿਤੇ ਸਾਹਿਬਜ਼ਾਦੇ ਦੇ ਨੇਤਰਾਂ ਨੂੰ ਨਾ ਕੁਝ ਹੋ ਜਾਵੇ। ਤੇ ਉਹ ਬਾਕੀ ਇਹਦੇ ਨਾਲ ਚਿਹਰਾ ਵੀ ਥੋੜਾ ਪਹਿਲਾਂ ਵਰਗਾ ਨਹੀਂ ਰਹਿੰਦਾ, ਕਾਫੀ ਆਪਣੇ ਨਿਸ਼ਾਨ ਇਹ ਛੱਡ ਜਾਂਦਾ ਰੋਗ। ਮਾਤਾ ਗੰਗਾ ਜੀ ਬੜੇ ਚਿੰਤਾ ਵਿੱਚ ਹਨ। 1 ਦਿਨ ਲੰਘ, 2 ਲੰਘ, 6 ਦਿਨ ਹਰਗੋਬਿੰਦ ਸਾਹਿਬ ਮਹਾਰਾਜ ਨੇ ਨੇਤਰ ਨਾ ਪੱਟੇ ਤੇ ਨਾ ਕੁਝ ਖਾਧਾ ਨਾ ਪੀਤਾ, ਜਿਵੇਂ ਬਰਾਜੇ ਬਸ ਉਸੇ ਤਰ੍ਹਾਂ ਹੀ ਅੱਖਾਂ ਬੇਸੁੱਧ ਹੋ ਕਰਕੇ ਨੇਤਰ ਬੰਦ ਕਰਕੇ ਪਏ ਰਹਿੰਦੇ ਆ। ਮਾਤਾ ਗੰਗਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਆਰਾਧਨ ਕਰਦੇ ਆ ਵੀ ਮਹਾਰਾਜ ਜੀ ਬਖਸ਼ਿਸ਼ ਕੀਤੀ ਸਾਹਿਬਜ਼ਾਦੇ ਦੀ, ਸਮੇਂ ਬਾਅਦ ਇਹਦੀ ਰੱਖਿਆ ਵੀ ਆਪ ਜੀ ਕਿਰਪਾ ਕਰਕੇ ਕਰੋ। ਆਪ ਸਾਰੇ ਸੰਸਾਰ ਦੇ ਮਾਲੀ ਹੋ, ਰਾਖੇ ਹੋ। ਸਾਨੂੰ ਮਹਾਰਾਜ ਹਰਗੋਬਿੰਦ ਸਾਹਿਬ ਦਾ ਹੀ ਆਸਰਾ ਹੈ। ਸਾਰੇ ਸਿੱਖਾਂ ਦੇ ਹਿਰਦੇ ਦੀ ਖੁਸ਼ੀ ਹਨ ਹਰਗੋਬਿੰਦ ਸਾਹਿਬ, ਇਸ ਲਈ ਸਾਡੇ ਸਾਹਿਬਜ਼ਾਦੇ ਦੀ ਰੱਖਿਆ ਕੀਤੀ ਜਾਵੇ। ਤੋ ਗੁਰੂ ਨਾਨਕ ਪਾਤਸ਼ਾਹ ਜੀਆਂ ਦਇਆ ਕੀਤੀ, ਜਦੋਂ 6ਵੀਂ ਰਾਤ ਇੱਕੋ ਵਾਰੀ ਰੋਗ ਜਾਂ ਮੁਰਝਾਉਣਾ ਸ਼ੁਰੂ ਹੋ ਗਿਆ। ਉਹ ਫੋੜੇ ਜੇ ਭਰੇ ਹੋਏ ਸੀ ਜਿਹੜੇ ਉਹ ਕੁਝ ਟੁੱਟਣ ਲੱਗ ਗਏ ਜਿਵੇਂ, ਜਾਂ ਬਹਿਣ ਲੱਗ ਗਏ। ਤੇ 7ਵੇਂ ਦਿਨ ਤੜਕੇ ਹਰਗੋਬਿੰਦ ਸਾਹਿਬ ਮਹਾਰਾਜ ਨੇ ਨੇਤਰ ਉਘੇੜ ਲਏ ਸਨ। ਮਾਤਾ ਜੀ ਵੇਖ ਕੇ ਬੜੇ ਖੁਸ਼ ਹੋਏ, ਕੁਝ ਨਾ ਕੁਝ ਸ਼ੱਕ ਸ਼ਕਾ ਵੀ ਲਿਆ। ਬਸ 8, 9, 10 ਦਿਨ ਦੇ ਵਿੱਚ ਵਿੱਚ ਸਾਹਿਬਜ਼ਾਦਾ ਜੀ ਤਿਆਰ ਬਰ ਤਿਆਰ ਹੋ ਗਏ। ਉਹ ਹੈ ਪਰਮੇਸ਼ਰ, ਤੇ ਪਰਮੇਸ਼ਰ ਜਿਹੜਾ ਉਹਦਾ ਰੂਪ ਸੋਹਣਾ ਹੀ ਹੁੰਦਾ, ਜਿਹੜਾ ਸੰਸਾਰ ਨੂੰ ਕਿੰਨੇ ਸੋਹਣੇ ਸਰੂਪ ਵਿੱਚ ਘੜਨ ਵਾਲਾ ਹੈ, ਉਹ ਆਪ ਕਿੰਨਾ ਸੋਹਣਾ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਿਹਰੇ ਤੇ ਉਹ ਜਿਹੜੀ ਇਹ ਚੇਚਕ ਦੀ ਬਿਮਾਰੀ ਉਹ ਦਾਗ ਨਾ ਪਾ ਸਕੀ। ਜਿਵੇਂ ਪੱਕੇ ਬੇਰ ਡਿੱਗਦੇ ਆ ਧਰਤੀ ਤੇ, ਇਸ ਤਰ੍ਹਾਂ ਹੀ ਮਾਸ ਜਾ ਲੈ ਲੈ ਕੇ 2 ਕੁ ਦਿਨਾਂ 'ਚ ਸਾਰਾ ਝੜ ਗਿਆ ਤੇ ਸਰੂਪ ਪਹਿਲਾਂ ਤੋਂ ਵੀ ਹੋਰ ਸੋਹਣਾ ਨਿਕਲਿਆ, ਥੱਲੋਂ ਕੋਈ ਦਾਗ ਨਾ। ਸਾਰੇ ਵੇਖ ਵੇਖ ਸਦਕੇ ਬਲਿਹਾਰੇ ਜਾਂਦੇ ਹੈ। ਬਾਬਾ ਮਹਾਦੇਵ ਜੀ ਵੀ ਖੁਸ਼ੀ ਖੁਸ਼ੀ ਪਤਾ ਲੈਣ ਵਾਸਤੇ ਆਏ। ਪ੍ਰਿਥੀ ਚੰਦ ਵੀ ਮਨ ਵਿੱਚ ਖੁਸ਼ ਹੁੰਦਾ ਵੀ ਚਲੋ 1-2 ਦਿਨ ਦੀ ਗੱਲ ਹੈ, ਹੁਣ ਇਹਨਾਂ ਚੜ੍ਹਾਈ ਕਰ ਜਾਣਾ। ਤੇ ਢਿੱਡੋਂ ਖੋਟਾ ਹੈ, ਮੂੰਹ ਤੋਂ ਮਿੱਠਾ ਬਣ ਕੇ ਮਹਾਰਾਜ ਨਾਲ ਅਫਸੋਸ ਜਿਹਾ ਜਣਾਉਂਦਾ ਵੀ ਗੁਰੂ ਨਾਨਕ ਪਾਤਸ਼ਾਹ ਦਇਆ ਕਰਨ, ਛੇਤੀ ਠੀਕ ਹੋਣ ਸਾਹਿਬਜ਼ਾਦੇ, ਸਾਨੂੰ ਤਾਂ ਰੋਟੀ ਨਹੀਂ ਹਜਮ ਹੁੰਦੀ। ਤੇ ਉਸ ਤਰ੍ਹਾਂ ਢਿੱਡੋਂ ਇਹ ਦੋਵੇਂ ਜੀ ਬੜੇ ਖੁਸ਼ ਪ੍ਰਸੰਨ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਆਰ ਬਰ ਤਿਆਰ ਕੁਝ ਸਮੇਂ ਵਿੱਚ ਹੀ ਹੋ ਗਏ। ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੇ ਪਾਵਨ ਪਵਿੱਤਰ ਸ਼ਬਦ ਉਚਾਰਿਆ ਗੌੜੀ ਰਾਗ ਅੰਦਰ। ਇਹ ਸ਼ਬਦ ਗੁਰੂ ਗਰੀਬ ਨਵਾਜ ਮਹਾਰਾਜ ਨੇ ਉਚਾਰਨਾ ਕੀਤਾ। ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਇਹ ਪਵਿੱਤਰ ਸ਼ਬਦ ਮਹਾਰਾਜ ਨੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿਹਤਯਾਬੀ ਤੋਂ ਬਾਅਦ ਉਚਾਰਨਾ ਕੀਤਾ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣੀ। ਤੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਦੇ ਦਰੁਸਤ ਹੋਣ ਤੇ ਸਭ ਤੋਂ ਵੱਧ ਦੁੱਖ ਜਿਹੜਾ ਹੋਇਆ ਉਹ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਨੂੰ ਹੋਇਆ। ਜਿਵੇਂ ਫਿਰ ਉਹਨੇ ਪ੍ਰਿਥੀ ਚੰਦ ਨਾਲ ਝਗੜਾ ਕੀਤਾ ਤੇ ਝਗੜਾ ਕਰਕੇ ਫਿਰ ਆਖਿਆ ਵੀ ਹੁਣ ਇਹ ਤਾਂ ਵਾਰ ਖਾਲੀ ਗਿਆ, ਕੋਈ ਹੋਰ ਤਰੀਕਾ ਸੋਚ। ਵੀ ਜਿਵੇਂ ਰੁੱਖ ਜਿਹੜਾ ਹੈ ਨਿੱਕਾ ਹੋਵੇ ਤੇ ਪੱਟਣਾ ਸੌਖਾ ਹੈ, ਤੇ ਜਦੋਂ ਰੁੱਖ ਵੱਡਾ ਜੜ੍ਹਾਂ ਗੱਡ ਆਉਂਦਾ ਫਿਰ ਇਕੱਲੇ ਤੋਂ ਨਹੀਂ ਪੁੱਟਿਆ ਜਾਂਦਾ, ਬੜੇ ਜਾਣੇ ਲੱਗ ਕੇ ਪੁੱਟਦੇ ਆ, ਔਖਾ ਹੁੰਦਾ ਪੁੱਟਣਾ।
ਵੀ ਹੁਣ ਤਾਂ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਛੋਟੇ ਐ, ਤੇ ਛੋਟਾ ਰੁੱਖ ਤਾਂ ਡਾਹਣੀ ਫੜ ਕੇ ਮਾਰੋ ਵਾਕਾ ਤੇ ਟੁੱਟ ਜਾਂਦੀ ਹੈ, ਮਿੱਟੀ ਜੋ ਨਿਕਲ ਜਾਂਦੀ ਹੈ। ਤੇ ਵੱਡਾ ਰੁੱਖ ਜੇ ਪੱਟਣਾ ਔਖਾ ਹੈ, ਤੇ ਉਵੇਂ ਹਰਗੋਬਿੰਦ ਸਾਹਿਬ ਜਿਵੇਂ ਜਿਵੇਂ ਵੱਡੇ ਹੋਣਗੇ ਤੇ ਪ੍ਰਿਥੀ ਚੰਦ ਜੀ ਫੇਰ ਨਹੀਂ ਹੱਥੀ ਆਉਣਾ ਮੌਕਾ। ਆ 1-2 ਸਾਲ ਹੈ, ਹੁਣੇ ਸਾਂਭ ਲੋ, ਦਿਨ ਲੰਘਦੇ ਜਾਂਦੇ। ਉਹਨਾਂ ਫਿਰ ਉਹ ਬ੍ਰਾਹਮਣ ਨੂੰ ਮਾਇਆ ਦੇ ਕੇ ਖਰੀਦਿਆ ਮਹਾਰਾਜ ਦੇ ਖਡਾਵੇ ਨੂੰ। ਸਾਰਾ ਪ੍ਰਸੰਗ ਜਾਵੇਗਾ ਜਿਵੇਂ ਆਉਂਦਾ, ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਗ ਧੁੰਦਬ ਦੋਇ ਸਮੈ ਮੈਂ। ਉਹ ਕਵੀ ਜੀ ਕਹਿੰਦੇ ਆ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦੁਰਸਤ ਹੋਣ ਦੇ ਬਾਅਦ ਸਿੱਖਾਂ ਵਿੱਚ, ਸੰਗਤਾਂ ਵਿੱਚ ਬਹੁਤ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ। ਸਤਿਗੁਰਾਂ ਦੇ ਘਰ ਦੇ ਵੱਡੇ ਦਰਵਾਜ਼ੇ ਤੇ ਛੋਟੇ ਨਗਾਰੇ ਦੋ ਪਾਸੀ ਤੇ ਦੋਵੇਂ ਸਮੇਂ ਵੱਜਦੇ ਰਹਿੰਦੇ ਆ। ਬਾਜਤ ਗੁਰ ਕੇ ਪਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਵਾਜ਼ਿਆਂ ਤੇ ਭਾਵ ਗੁਰੂ ਕੇ ਮਹਿਲ ਨਾਵੇਂ ਸਥਾਨ ਅੰਮ੍ਰਿਤਸਰ ਸਾਹਿਬ ਬੜਾ ਖੁਸ਼ੀਆਂ ਕਰਦੀ ਸੰਗਤ। ਨਗਾਰੇ ਛੋਟੇ ਛੋਟੇ ਧੁੰਦਬ ਵੱਜਦੇ ਰਹਿੰਦੇ ਆ। ਸ਼ਬਦ ਨਫੀਰਨ ਕੋ ਮਿਲ ਹੈ। ਤੇ ਨਾਲ ਨਫੀਰੀਆਂ ਜਿਹੜੀਆਂ ਹੁੰਦੀਆਂ ਉਹ ਵੀ ਵਜਾਈਆਂ ਜਾਂਦੀਆਂ ਹਨ। ਗਾਏ ਸ਼ਬਦ ਸਿਰ ਮਾਰ। ਇਸ ਤੋਂ ਇਲਾਵਾ ਗੁਰੂ ਘਰ ਦੇ ਜਿਹੜੇ ਸ਼੍ਰੋਮਣੀ ਸਿੱਖ ਆ ਜਾਂ ਰਾਗੀ ਆ, ਉਹ ਗੁਰਬਾਣੀ ਸ਼ਬਦ ਦਾ ਉਚਾਰਨ ਇੱਥੇ ਨਾਲ ਕਰੀ ਜਾਂਦੇ ਆ। ਸੰਗਤਾਂ ਗੁਰਬਾਣੀ ਪੜ੍ਹਦੀਆਂ। ਪਰਮੇਸ਼ਰ ਧੰਨ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਰਿਆਂ ਦੇ ਸ਼੍ਰੋਮਣੀ ਹੈ, ਉਹਨਾਂ ਦੀ ਪਾਵਨ ਬਾਣੀ ਦਾ ਜਾਪ ਹੁੰਦਾ ਹੈ। ਨਿਸ਼ਾਨੀ ਛੰਦ ਬੱਜਹਿ ਕੋਲਾਹਲ ਹੋਤ ਹੈ। ਤੇ ਇਸ ਤਰ੍ਹਾਂ ਹੋਤ ਹੈ ਮੰਗਲ। ਇੱਥੇ ਜਿਹੜਾ ਇਹ ਨਿਸ਼ਾਨੀ ਛੰਦ ਦੀ ਚਾਲ ਆਏ ਆ, ਬੱਜਾ ਹੈ ਕੋਲਾਹਲ ਹੋਤ ਹੈ ਮੰਗਲ। ਉਪਜੇ ਪਤਨੀ ਪ੍ਰਿਥੀਏ ਉਪਜੇ ਤੇ ਵਿਸ਼ਰਾਮ ਆਊਗਾ। ਪਤਨੀ ਪ੍ਰਿਥੀਏ ਕੀ ਸੁਣੀ ਔਰ ਸ਼ੋਕ ਬਰਧੰਤੇ, ਦੋਹਰੇ ਵਾਂਗੂ। ਤੋ ਕਵੀ ਜੀ ਕਹਿੰਦੇ ਆ ਕਿ ਬੜਾ ਕੋਲਾਹਲ ਰੌਲਾ ਪੈ ਰਿਹਾ ਹੈ। ਸਿੱਖਾਂ ਦੀ ਕੁਝ ਬਾਣੀ ਪੜ੍ਹਦੇ ਸ਼ਬਦਾਂ ਦੀ ਉਚਾਰਨ ਹੁੰਦਾ ਹੈ, ਕੋਈ ਵਧਾਈਆਂ ਦੇ ਰਹੇ ਮਾਤਾ ਜੀ ਨੂੰ, ਤੇ ਬਹੁਤ ਮਹਾਰਾਜ ਦੇ ਘਰ ਵਿੱਚ ਖੁਸ਼ੀਆਂ ਖੇੜੇ। ਮਾਨੋ ਵੀ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੁਬਾਰਾ ਅਵਤਾਰ ਧਾਰਿਆ ਹੈ। ਮੰਗਲ ਉਪਜੰਤੇ। ਤੇ ਬੜਾ ਮੰਗਲ, ਖੁਸ਼ੀਆਂ ਪੈਦਾ ਹੋ ਰਹੇ ਹਨ। ਪਤਨੀ ਪ੍ਰਿਥੀਏ ਕੀ ਸੁਣੀ। ਤੇ ਪ੍ਰਿਥੀ ਚੰਦ ਦੀ ਪਤਨੀ ਨੇ ਜਦੋਂ ਇਹ ਸੁਣਿਆ ਹੈ ਵੀ ਹਰਗੋਬਿੰਦ ਸਾਹਿਬ ਤਾਂ ਬਿਲਕੁਲ ਦਰੁਸਤ ਹੋ ਗਏ ਆ, ਉੱਥੇ ਹੱਸਦੇ ਖੇਡਦੇ ਖਾਂਦੇ ਪੀਂਦੇ ਫਿਰਦੇ ਆ, ਔਰ ਸ਼ੋਕ ਬਰਧੰਤੇ। ਤੇ ਉਹ ਹੁਣ ਚਾਹੁੰਦੀ ਨਹੀਂ ਹੈ ਵੀ ਮਾਤਾ ਗੰਗਾ ਜੀ ਦੇ ਸਾਹਿਬਜ਼ਾਦੇ ਜਿਉਂਦੇ ਰਹਿਣ। ਸੁਣ ਕੇ ਤੇ ਸਣ ਕੱਪੜੀ ਅੱਗ ਲੱਗੀ, ਬਹੁਤ ਦੁਖੀ ਹੁੰਦੀ ਹੈ ਤੇ ਬੜਾ ਮਨ ਵਿੱਚ ਸ਼ੋਕ। ਸਿੱਖ ਖੁਸ਼ ਹੈ ਤੇ ਇੱਕੋ ਇੱਕ ਬਸ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਤੇ ਇੱਕ ਪ੍ਰਿਥੀਆ, ਦੋਵਾਂ ਦੇ ਮਨ ਵਿੱਚ ਬੜਾ ਦੁੱਖ ਹੋ ਰਿਹਾ ਹੈ। ਨਹਿ ਨ ਵਡਾਈ ਸਹਿ ਸਕ ਹੈ। ਇਹ ਮਹਾਰਾਜ ਦੇ ਦਰ ਘਰ ਦੀ ਵਡਿਆਈ ਸਹਿ ਨਹੀਂ ਸਕਦੇ, ਇਹਨਾਂ ਨੂੰ ਚੰਗੀ ਨਹੀਂ ਲੱਗਦੀ ਸੋਭਾ ਸਤਿਗੁਰਾਂ ਦੀ। ਦੁੱਖ ਪ੍ਰਾਪਤ ਭਾਰੀ। ਬੜਾ ਭਾਰੀ ਦੁੱਖ ਪ੍ਰਾਪਤ ਹੋਇਆ। ਸਾਹਿਬਜ਼ਾਦਾ ਠੀਕ ਕਿਉਂ ਹੋ ਗਏ ਹਨ। ਨਹਿ ਪੂਰੀ ਮਨ ਭਾਵਨੀ। ਤੇ ਇਹਨਾਂ ਦੇ ਮਨ ਦੀ ਕਰਮੋਂ ਬੀਬੀ ਵਿਚਾਰਦੀ ਵੀ ਮੇਰੇ ਮਨ ਦੀ ਭਾਉਂਦੀ ਨਹੀਂ ਹੋਈ। ਇਹਦੇ ਮਨ ਨੂੰ ਕੀ ਭਾਉਂਦਾ ਵੀ ਮਾਤਾ ਗੰਗਾ ਜੀ ਦੇ ਘਰ ਪੁੱਤਰ ਹੈ, ਇਹ ਜਿਉਂਦਾ ਨਾ ਰਵੇ। ਕਹਿੰਦੀ ਇਹ ਤਾਂ ਮੇਰੇ ਮਨ ਦੀ ਜਿਹੜੀ ਭਾਉਣ ਵਾਲੀ, ਮੈਨੂੰ ਮੇਰੇ ਮਨ ਦੀ ਭਾਉਂਦੀ ਗੱਲ ਨਹੀਂ ਹੋਈ ਹੈ। ਦੁਸ਼ਟਾਂ ਜੋ ਧਾਰੀ। ਤੇ ਇਸ ਤਰ੍ਹਾਂ ਕਵੀ ਜੀ ਕਹਿੰਦੇ ਜਿਹੜੀ ਦੁਸ਼ਟਾਂ ਨੇ ਮਨ ਵਿੱਚ ਧਾਰੀ ਸੀ ਨਾ ਕਰਮੋਂ ਤੇ ਪ੍ਰਿਥੀ ਚੰਦ ਨੇ, ਗੁਰੂ ਨਾਨਕ ਪਾਤਸ਼ਾਹ ਨੇ ਹੋਣ ਨਹੀਂ ਦਿੱਤੀ। ਉਹ ਇਹਨਾਂ ਦੇ ਦੁਸ਼ਟਾਂ ਦੇ ਮਨ ਦੀ ਪੂਰੀ ਨਹੀਂ ਹੋਣ ਦਿੱਤੀ ਹੈ। ਅਨੇਕ ਉਪਾਵਨ ਚਿਤਵਤੀ। ਇਸ ਤੋਂ ਬਾਅਦ ਬੀਬੀ ਕਰਮੋਂ ਅਨੇਕਾਂ ਉਪਾਵ ਚਿਤਵਦੀ ਹੈ ਵੀ ਕਿਵੇਂ ਨਾ ਕਿਵੇਂ ਮਾਰਿਆ ਜਾਵੇ ਸਾਹਿਬਜ਼ਾਦੇ ਨੂੰ। ਚਿੰਤਾ ਗਲਤਾਨੀ। ਤੇ ਚਿੰਤਾ ਵਿੱਚ ਗਲਤਾਨ ਹੋ ਗਈ ਵੀ ਇਹ ਵੀ ਵਾਰ ਸਾਡਾ ਤੀਜਾ ਚੌਥਾ ਹੱਲਾ ਖਾਲੀ ਲੰਘ ਗਿਆ। ਤੇ ਹਰਗੋਬਿੰਦ ਸਾਹਿਬ ਤਾਂ ਹੁਣ ਵੱਡੇ ਹੋਈ ਜਾਂਦੇ, 5 ਸਾਢੇ 5 ਸਾਲਾਂ ਦੇ ਹੋ ਚੁੱਕੇ ਆ।
ਦਿਨੋਂ ਦਿਨ ਸੋਚ ਸੋਚ ਚਿੰਤਤ ਹੁੰਦੀ ਹੈ। ਬਾਸੋ ਨਾ ਬਸਾਵਹਿ ਬੁਰੇ ਪਰ ਹੁਣ ਬੁਰਾ ਕਰਦੀ ਹੈ, ਜ਼ੋਰ ਪਾਉਂਦੀ, ਪਰ ਕਵੀ ਜੀ ਕਹਿੰਦੇ ਉਹ ਬੁਰਾ ਕਰਨ ਉੱਪਰ ਵਸ ਨਹੀਂ ਹੁਣ ਇਸ ਬੀਬੀ ਦਾ ਚੱਲਦਾ ਹੈ। ਦੁਰਮਤੀ ਇਆਨੀ। ਇਹ ਦੁਰਮਤ ਭੈੜੀ ਮਤ ਵਾਲੀ ਤੇ ਅਣਜਾਣ ਹੈ ਵੀ ਜਿਹਨੂੰ ਮਾਰਨ ਪੈਣੀ ਆ ਮੈਂ, ਉਹ ਤਾਂ ਸਾਰਿਆਂ ਨੂੰ ਰੱਖਣ ਵਾਲਾ, ਉਹ ਤਾਂ ਆਪ ਸਾਰੇ ਸੰਸਾਰ ਦਾ ਰੱਖਿਅਕ, ਸਾਨੂੰ ਵੀ ਉਹਨੇ ਹੀ ਰੱਖਿਆ ਹੋਇਆ। ਪਰ ਇਹ ਅਣਜਾਣ ਅਗਿਆਨਨ ਬੀਬੀ ਕਰਮੋਂ ਜਾਣਦੀ ਨਹੀਂ, ਭੈੜੀ ਮਤ ਵਾਲੀ, ਪਾਪਾਂ ਨੇ ਪੜਦਾ ਪਾਇਆ ਹੈ। ਜਤਨ ਬਾਦ ਹੀ ਜਾਤ ਹੈ। ਜਦੋਂ ਵੀ ਕੋਈ ਹੱਲਾ ਕਰਦੇ ਦੋਵੇਂ ਜਣੇ ਤੇ ਮਾਰਨ ਦਾ ਹਰੇਕ ਹੱਲਾ, ਹਰੇਕ ਯਤਨ ਇਹਨਾਂ ਦਾ ਬਿਰਥ ਜਾਂਦਾ ਹੈ। ਨਹਿ ਪੂਰਿਓ ਕਾਜਾ। ਤੇ ਮਨ ਚ ਵਿਚਾਰਦੀ ਹੈ ਵੀ ਸਾਡਾ ਕੰਮ ਪੂਰਾ ਨਹੀਂ ਹੋਇਆ, ਜਿਹੜਾ ਕੰਮ ਅਸੀਂ ਕਰਨ ਨੂੰ ਫਿਰਦੇ ਹਾਂ ਉਹ ਕੰਮ ਪੂਰਾ ਨਹੀਂ ਹੋਇਆ, ਸਿਰੇ ਨਹੀਂ ਚੜਦਾ ਹੈ। ਅਬ ਦਿਨ ਪ੍ਰਤ ਬਹੁ ਵਧਤ ਹੈ। ਤੇ ਵਿਚਾਰਦੀ ਵੀ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤਾਂ ਦਿਨੋਂ ਦਿਨ ਵਧੀ ਜਾਂਦੇ ਆ, ਉਮਰਾਂ ਵਿੱਚ ਵੱਡੇ ਹੋਈ ਜਾਂਦੇ ਆ। ਸਭ ਰੀਤ ਸਮਾਜਾ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਵਿੱਚ ਵੀ ਜਿਵੇਂ ਜਿਵੇਂ ਸਾਹਿਬਜ਼ਾਦਾ ਵੱਡੇ ਹੋਈ ਜਾਂਦੇ ਆ, ਉਹ ਬਲ ਵਾਲੇ ਹੋਈ ਜਾਂਦੇ ਆ, ਤੇ ਸ਼ਾਨੋ ਸ਼ੌਕਤ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਉਵੇਂ ਉਵੇਂ ਵੱਧਦੀ ਜਾਂਦੀ ਹੈ। ਧਨ ਵੱਧਦਾ ਜਾਂਦਾ, ਸੰਗਤਾਂ ਹੋਰ ਅੱਗੇ ਜਿੰਨੀ ਆਉਂਦੀ ਸੀ ਉਦੋਂ ਹੋਰ ਸੰਗਤ ਵੀ ਵੱਧ ਰਹੀ ਹੈ। ਹਰਗੋਬਿੰਦ ਸਾਡੇ ਭਾਵ ਇਹਨੂੰ ਬੀਬੀ ਨੂੰ ਹੱਥੋਂ ਸਭ ਕੁਝ ਖੁੱਸਦਾ ਹੋਇਆ ਦਿਸਦਾ ਵੀ ਉਧਰੋਂ ਤਾਂ ਸਾਹਿਬਜ਼ਾਦਾ ਵੱਡਾ ਹੋਈ ਜਾਂਦਾ, ਉਧਰੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਂ ਵੱਡਾ ਹੋਈ ਜਾਂਦਾ ਹੈ। ਸਭ ਸੰਸਾਰ ਵਿੱਚ ਜੈ ਜੈਕਾਰ, ਮਾਤਾ ਗੰਗਾ ਦੇ ਘਰ ਸਮਾਨ ਦੇ ਜਿਹੜੇ ਸੰਗਤਾਂ ਭੇਟਾਵਾਂ ਲਿਆਉਂਦੀਆਂ ਅੰਬਾਰ ਲੱਗੀ ਜਾਂਦੇ ਆ। ਤਸ ਲਾਇਕ ਸਭ ਰੀਤ ਤੇ ਬਾਕੀ ਹਰਗੋਬਿੰਦ ਸਾਹਿਬਜ਼ਾਦਾ ਜਿਹੜੇ ਆ ਗੰਗਾ ਜੀ ਦੇ, ਇਹ ਹੈ ਵੀ ਸਾਰੇ ਪਾਸਿਓਂ ਲਾਇਕ ਹਨ, ਯੋਗ ਹਨ। ਸੁੰਦਰ ਬਲ ਭਾਰੀ। ਬੜੇ ਸੋਹਣੇ ਆ, ਫੱਬਦੇ ਵੀ ਆ, ਤੇਜ ਪ੍ਰਤਾਪ ਜਿਨ੍ਹਾਂ ਦੇ ਚਿਹਰੇ ਮੋਹਰੇ ਦਾ, ਤੇ ਬੜੇ ਭਾਰੀ ਬਲ ਵਾਲੇ ਆ, ਲੰਮੀਆਂ ਲੰਮੀਆਂ ਬਾਹਾਂ ਵਾਲੇ ਆ, ਤੇ ਚੰਗੇ ਹੱਟੇ ਕੱਟੇ ਸਰੀਰ ਵਾਲੇ ਆ। ਕਿਤਕ ਬਰਖ ਮਹਿ ਹੋਏ ਹੈ। ਤੇ ਮਨ ਚ ਵਿਚਾਰਦੀ ਹੈ ਵੀ ਮਣਾ ਥੋੜੇ ਜਿਹੇ ਸਮੇਂ, ਕੁਝ ਕੁ ਸਾਲਾਂ ਦੇ ਵਿੱਚ ਸੁਧ ਲੇਹ ਸੰਭਾਰੀ। ਵੀ ਇਹਨੇ ਤਾਂ ਸਾਰਾ ਕੰਮਕਾਰ ਸਾਂਭ ਲੈਣਾ ਗੁਰੂ ਅਰਜਨ ਦੇਵ ਸਾਹਿਬ ਦਾ, ਵੀ ਇਹ ਤਾਂ ਸਾਡੇ ਮਿਹਰਬਾਨ ਨਾਲੋਂ ਵੀ ਉੱਚਾ ਲੰਮਾ ਹੋਵੇਗਾ। ਵੀ ਜਿਵੇਂ ਸਰੀਰ ਦੀ ਇਹਦੀ ਚਾਲ ਹੈ ਵਧਣ ਫੁੱਲਣ ਦੀ, ਤੇ ਜਿਵੇਂ ਸੰਗਤਾਂ ਵਿੱਚ ਬਹਿਣਾ ਉੱਠਣਾ, ਕਿਉਂਕਿ ਸਾਧ ਸੰਗਤ ਜੀ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਜਦੋਂ ਬਚਪਨ ਇੰਨੀ ਕੁ ਉਮਰ ਸੀ 4-5 ਸਾਲਾਂ ਦੀ, ਤੇ ਆਮ ਬੱਚੇ ਜਿਵੇਂ ਕਰਦੇ ਉਹ ਐਸੀ ਕਿਰਿਆ ਨਹੀਂ ਸੀ ਪਰਮੇਸ਼ਰ ਸਤਿਗੁਰਾਂ ਦੀ। ਚਾਲ ਢਾਲ ਮਹਾਰਾਜਿਆਂ ਵਾਲੀ ਸੀ, ਮਹਾਰਾਜਾ ਐਨ ਹਾਥੀ ਵਾਂਗੂ ਝੂਮ ਝੂਮ ਤੁਰਦੇ ਸੀ 5 ਵਰ੍ਹਿਆਂ ਦੀ ਉਮਰ ਵਿੱਚ। ਸਭ ਦੰਗ ਰਹਿ ਜਾਂਦੇ ਵੇਖਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੁਰਦਿਆਂ। ਤੇ ਜਿਵੇਂ ਸਿਆਣੇ ਚੰਗੇ ਮਹਾਰਾਜੇ ਟਹਿਲਦੇ ਆ, ਇਸ ਤਰ੍ਹਾਂ ਚਾਲ ਢਾਲ ਸੀ ਹਰਗੋਬਿੰਦ ਸਾਹਿਬ ਮਹਾਰਾਜ ਦੀ। ਦਿਨੋਂ ਦਿਨ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਤੇ ਉਮਰ ਤੋਂ ਪਹਿਲਾਂ ਹੀ ਬੜੇ ਸਿਆਣੇ ਸਨ, ਤੇ ਕੱਦ ਕਾਠ ਵੀ ਬੜਾ ਕਰ ਰਹੇ ਆ, ਸਰੀਰ ਚੰਗਾ ਮੋਟਾ ਤਾਜ਼ਾ ਹੈ। ਵੇਖ ਵੇਖ ਕਰਮ ਉਹਨੂੰ ਹੌਲ ਪੈਂਦੇ ਆ, ਕਹਿੰਦੀ ਛੇਤੀ ਇਹਨਾਂ ਵੱਡੇ ਹੋ ਜਾਣਾ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਦਾ ਸਭ ਕੰਮ ਕਾਰ ਇਹਨਾਂ ਬੜੀ ਛੇਤੀ ਸੰਭਾਲ ਲੈਣਾ, ਕਿਉਂਕਿ ਤੇਜ ਬਿਰਤੀ ਵਾਲੇ ਆ, ਚਲਾਕ ਸੁਰਤ ਬਿਰਤ ਦੇ ਬੜੇ ਤੇਜ ਹਨ। ਗੁਰ ਧਾਰਹਿ ਹੈ ਤਿਨਹਾ ਟਿਗ। ਤੇ ਸਾਡੀਆਂ ਗੋਂਦਾਂ ਗੁੰਦੀਆਂ ਹੀ ਰਹਿ ਜਾਣੀਆਂ, ਗੁਰਿਆਈ ਜਿਹੜੀ ਹੈ ਲੱਗਦਾ ਹੈ ਵੀ ਇਹਨਾਂ ਦੇ ਘਰ ਵਿੱਚ ਹੀ ਰਹਿ ਜਾਣੀ। ਭਾਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਅੱਗੇ, ਕਿਉਂਕਿ ਵਰਦਾਨ ਹੋਇਆ ਹੋਇਆ ਨਾ ਬੀਬੀ ਭਾਨੀ ਜੀ ਨੂੰ ਵੀ ਸੋਢੀਆਂ ਦੀ ਕੁਲ ਵਿੱਚ ਹੀ ਰਹੇਗੀ ਹੁਣ ਇਹ ਗੁਰਿਆਈ। ਤੇ ਸੋਢੀਆਂ ਦੀ ਕੁਲ ਬੀਬੀ ਭਾਨੀ ਦੇ ਵੰਸ਼ਜ ਤਾਂ ਪਿਰਥੀ ਚੰਦ ਵੀ ਉਸੇ ਪੇਟੋਂ ਪੈਦਾ ਹੋਏ ਆ ਨਾ। ਇਹ ਚਾਹੁੰਦੀ ਵੀ ਗੁਰਤਾ ਗੱਦੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਾਲੇ ਪਾਸੇ ਨੂੰ ਮੁੜ ਪਈ, ਮੋੜ ਪਾ ਕੇ ਫਿਰ ਇਧਰੋਂ ਸਾਡੇ ਵਾਲੇ ਪਾਸੋਂ ਫੇਰ ਚੱਲ ਪਵੇ ਪਿਰਥੀ ਚੰਦ ਦੇ ਘਰੋਂ। ਤੇ ਮਨ 'ਚ ਵਿਚਾਰਦੀ ਸਾਡੀਆਂ ਗੋਂਦਾਂ ਗੁੰਦੀਆਂ ਰਹਿ ਜਾਣੀਆਂ, ਇਹ ਸਭ ਸਾਡੇ ਕੀਤੇ ਕਿਰਾਏ ਤੇ ਪਾਣੀ ਫਿਰ ਜਾਣਾ ਹੈ। ਗੁਰਿਆਈ ਜਿਹੜੀ ਇਹਨਾਂ ਦੇ ਘਰ ਵਿੱਚ ਫਿਰ ਚਲੀ ਜਾਵੇਗੀ। ਕੁਲ ਚੱਲ ਹੈ ਅਗਾਰੀ। ਤੇ ਅੱਗੇ ਇਹਨਾਂ ਦੀ ਕੁਲ ਚੱਲ ਪੈਣੀ ਹੈ। ਹਰਗੋਬਿੰਦ ਸਾਹਿਬ ਦੇ ਅੱਗੇ ਪੁੱਤ ਪੋਤਰਿਆਂ ਨੂੰ ਗੁਰਤਾ ਹੋਵੇਗੀ। ਹਮ ਛੂਛੇ ਜਿਸ ਭਾਂਤ। ਤੇ ਅਸੀਂ ਜਿਸ ਤਰ੍ਹਾਂ ਛੂਛੇ ਰਹਿ ਜਾਵਾਂ, ਜਿਵੇਂ ਹੁਣ ਖਾਲੀ ਬੈਠੇ ਆ ਨਾ, ਸਾਡੇ ਪੱਲੇ ਕੱਖ ਨਹੀਂ ਹੈ ਹੁਣ ਵੀ, ਤੇ ਅਸੀਂ ਜੇ ਅੱਗੇ ਗੁਰਿਆਈ ਫਿਰ ਹਰਗੋਬਿੰਦ ਸਾਹਿਬ ਮਹਾਰਾਜ ਦੀ ਗਾਂਹ ਕੁਲ ਨੂੰ ਤੁਰ ਪਈ, ਤੇ ਅਸੀਂ ਤਾਂ ਖਾਲੀ ਰਹਿ ਜਾਵਾਂਗੇ ਜਿਵੇਂ ਹੁਣ ਬੈਠੇ ਹਾਂ। ਤੇਮਾ ਸੰਤਤੀ ਹਮਾਰੀ। ਜਿਵੇਂ ਅਸੀਂ ਖਾਲੀ ਫਿਰਦੇ ਇੱਥੇ ਵੱਜਦੇ ਡੱਬ ਡੱਬ, ਤੇ ਇਸੇ ਤਰ੍ਹਾਂ ਹੀ ਸਾਡੀ ਸੰਤਾਨ ਵੀ ਫਿਰ ਘਰਾਂ ਚੋਂ ਮੰਗ ਮੰਗ ਭਲਾ ਖਾਇਆ ਕਰੇਗੀ। ਵੀ ਇਹਨਾਂ ਦੀ ਗੁਰਿਆਈ ਇਹਨਾਂ ਦੇ ਘਰ ਵਿੱਚ ਅੱਗੇ ਤੁਰ ਪੈਣੀ ਹੈ।
ਤੇ ਸਾਡੇ ਹੁਣ ਜਿਵੇਂ ਅਸੀਂ ਔਖੇ ਆ ਉਵੇਂ ਗਾਂ ਸਾਡੇ ਪੁੱਤ ਪੋਤਰੇ ਵੀ ਹੋਵਣਗੇ। ਕਹਾਂ ਕਰਹਿਗੇ ਬਾਪੁਰੇ, ਤੇ ਵਿਚਾਰੇ ਕੀ ਕਰਿਆ ਕਰਨਗੇ। ਬੜੀ ਲੰਮੀ ਦੂਰ ਦੀ ਇਹ ਸੋਚਦੀ ਹੈ। ਜਾ ਚਾਹੇ ਘਰ ਜਾਈ, ਘਰਾਂ ਘਰਾਂ ਚੋਂ ਜਾ ਕੇ ਸ਼ਰੀਕਾਂ ਤੋਂ ਮੰਗ ਮੰਗ ਕੇ ਭਲਾ ਖਾਇਆ ਕਰਨਗੇ। ਐਸੀ ਸੋਚ ਲੰਮੀ ਜਿਹੜੀ ਨਜ਼ਰ ਮਾਰਦੀ ਹੈ ਬੀਬੀ ਕਰਮੋਂ। ਰਲੀਆਂ ਪਿਖੈ ਸ਼ਰੀਕ ਕੀ, ਜਦੋਂ ਆਪਦੇ ਸ਼ਰੀਕਾਂ ਦੀਆਂ ਰਲੀਆਂ ਵੇਖਣਗੇ, ਇਹਨਾਂ ਦੇ ਘਰ ਨੂੰ ਰੰਗ ਭਾਗ, ਸੰਗਤਾਂ ਦਾ ਇਕੱਠ, ਘੋੜੇ ਰਥ, ਸੋਨਾ ਚਾਂਦੀ ਤੇ ਮਾਲ ਅਸਬਾਬ ਵੇਖਿਆ ਕਰਨਗੇ। ਦੀਰਘ ਦੁਖ ਪਾਈ, ਤੇ ਸਾਡੇ ਪੁੱਤ ਪੜੋਤਰੇ ਬੜਾ ਦੁੱਖ ਪ੍ਰਾਪਤ ਕਰਿਆ ਕਰਨਗੇ, ਸਾਨੂੰ ਗਾਲਾਂ ਕੱਢਿਆ ਕਰਨਗੇ। ਅਬ ਤੋ ਥੋੜੇ ਜਤਨ ਤੇ ਬਾਕੀ ਅਜੇ ਤਾਂ ਹਰਗੋਬਿੰਦ ਸਾਹਿਬ ਥੋੜੇ ਛੋਟੇ ਐ ਤੇ ਮੁੜ ਕੇ ਗੁਰਿਆਈ ਕਿੱਥੇ ਮੁੜਨੀ ਸਾਡੇ ਘਰ ਨੂੰ। ਹੁਣ ਮੌਕਾ ਜੇ ਮਾਰ ਮੁਕਾ ਦਈਏ, ਬਸ ਥੋੜੀ ਜੀ ਖੇਚਲ ਕਰਨ ਦੇ ਨਾਲ ਹੀ ਹੈ ਆਵਤ ਕਾਜਾ, ਤੇ ਸਾਡਾ ਕੰਮ ਲੋਟ ਆ ਜਾਵੇਗਾ। ਗੁਰਿਆਈ ਸਾਡੇ ਘਰ ਆ ਜਾਵੇ ਵੀ ਹੁਣ ਤਾਂ ਕੱਲਾ ਇੰਨਾ ਹੀ ਕਰਨਾ ਨਾ ਵੀ ਉਹਦੀ ਕੱਲੀ ਹਰਗੋਬਿੰਦ ਸਾਹਿਬ ਦੀ ਸੰਘੀ ਕੁੱਟਣੀ ਹੈ ਨਾ, ਤੇ ਕੱਲੀ ਸੰਘੀ ਕੁੱਟਣ ਦੇ ਨਾਲ ਕਿੰਨੇ ਕੰਮ ਰਾਸ ਆਉਣਗੇ। ਗੁਰਿਆਈ ਮਿਲੇਗੀ, ਦੌਲਤ ਵਧੇਗੀ, ਸਾਡੇ ਪੁੱਤ ਪੋਤਰੇ ਸੌਖੇ ਹੋਣਗੇ ਤੇ ਮਾਤਾ ਗੰਗਾ ਕੇ ਔਖੇ ਹੋ ਜਾਣਗੇ। ਤੇ ਕੰਮ ਕੱਲਾ ਇੱਕ ਹੀ ਕਰਨ ਵਾਲਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗਲ ਕੁੱਟਣ ਵਾਲਾ। ਇਹ ਬੀਬੀ ਕਰਮੋਂ ਵਿਚਾਰਦੀ ਆ ਵੀ ਐਡੇ ਕੋ ਕੰਮ ਕਰਨ ਦੇ ਨਾਲ ਕਿੰਨੇ ਸਾਡੇ ਕੰਡੇ ਨਿਕਲ ਜਾਣਗੇ। ਹਰਗੋਬਿੰਦ ਇੱਕ ਹਤੇ ਤੇ ਵੀ ਕੰਮ ਕੱਲਾ ਇੰਨਾ ਹੀ ਕਰਨ ਵਾਲਾ ਵੀ ਕਿਤੇ ਹਰਗੋਬਿੰਦ ਸਾਹਿਬ ਮਾਰ ਦਈਏ, ਨਾਸ਼ ਹੋ ਜਾਵਣਾ, ਸਗਰੇ ਸੁਖ ਸਾਜਾ, ਤੇ ਅਸੀਂ ਸਾਰੇ ਸੁੱਖਾਂ ਦੇ ਵਿੱਚ ਸੱਜ ਜਾਵਾਂਗੇ, ਵਾਸਾ ਕਰ ਲਵਾਂਗੇ। ਲਗਹ ਦਰਖਤ ਜਬ ਉਗਤ ਹੈ, ਕਿਉਂਕਿ ਜਦੋਂ ਉਗਦਾ ਹੋਇਆ ਦਰਖਤ ਛੋਟਾ ਹੁੰਦਾ ਹੈ, ਬਰੀਕ ਜੀ ਟਾਹਣੀ ਰੂਪ ਹੁੰਦਾ ਹੈ, ਬਲ ਅਲਪ ਉਖਾਰੇ, ਉਹਨੂੰ ਪਟਣ ਵਾਸਤੇ ਬਹੁਤਾ ਜ਼ੋਰ ਨਹੀਂ ਚਾਹੀਦਾ। ਛੋਟਾ ਰੁੱਖ ਤਾਂ ਥੋੜਾ ਜਿਹਾ ਬਸ ਫੜ ਕੇ ਉਹਨੂੰ ਡਾਹਣੀ ਤੋਂ ਤੇ ਖਿੱਚ ਦਿਓ ਤੇ ਜੜਾ ਸਮੇਤ ਪਟਿਆ ਜਾਂਦਾ ਹੈ। ਗਾਢੋ ਹੋਵਹਿ ਮੂਲ ਤੇ, ਪਰ ਜਦੋਂ ਮੁੱਢ ਕਰਕੇ ਤਗੜਾ ਹੋ ਜਾਂਦਾ ਨਾ, ਭਾਵ ਉਮਰਾ ਰੁੱਖ ਦੀ ਵੱਡੀ ਹੋ ਜਾਂਦੀ, ਜਿਵੇਂ ਜਿਵੇਂ ਮੋਟਾ ਤਾਜ਼ਾ ਹੁੰਦਾ ਹੈ, ਉਵੇਂ ਉਵੇਂ ਜੜਾਂ ਥੱਲੇ ਧਰਤੀ ਵਿੱਚ ਗੱਡ ਲੈਂਦਾ ਹੈ। ਨਰ ਲਗਤਾ ਬਹਾਰੇ, ਤੇ ਜਿੰਨੇ ਮਰਜੀ ਮਨੁੱਖ ਲੱਗੇ ਰਹਿਣ, ਉਹ ਖਿੱਚ ਕੇ ਜੜੋਂ ਪੱਟ ਨਹੀਂ ਸਕਦੇ ਹਨ। ਇਤਿਆਦਿਕ ਚਿੰਤਾ ਕਰਹਿ, ਵੀ ਇਹੋ ਜਿਹੀਆਂ ਚਿੰਤਾਵਾਂ ਕਰਦੀ ਵੀ ਹੁਣ ਤਾਂ ਹਰਗੋਬਿੰਦ ਸਾਹਿਬ ਨਿੱਕੇ ਐ, ਜਦੋਂ ਵੱਡੇ ਹੋ ਗਏ ਤੇ ਫਿਰ ਕਿੱਥੇ ਹੱਥੀ ਆਉਣ ਲੱਗੇ, ਏਡੇ ਤਗੜੇ ਸਰੀਰ ਦੇ ਹੋਣੇ ਹੀ ਐ। ਤੇ ਇਹੋ ਜਿਹੀਆਂ ਗੋਂਦਾਂ ਵਿਚਾਰਾਂ ਮਨ ਵਿੱਚ ਕਰਕੇ ਬੜੀ ਦੁਖੀ ਹੁੰਦੀ ਹੈ। ਨਿਸਬਾਸੁਰ ਸੋਊ, ਆਏ ਬੀਬੀ ਕਰਮੋਂ ਦਿਨ ਰਾਤ ਬੜੀ ਚਿੰਤਾ ਵਿੱਚ ਦੁਖੀ, ਖਾਣਾ ਪੀਣਾ ਸੌਣਾ ਹੱਸਣਾ ਸਭ ਭੁੱਲਿਆ ਹੋਇਆ ਹੈ। ਜਿਮ ਪਪੀਲ ਕਾ ਸੈਲ ਕੋ, ਕਵੀ ਜੀ ਕਹਿੰਦੇ ਇਹਦੀ ਹਾਲਤ ਇਹੋ ਜਿਹੀ ਹੈ ਵੀ ਜਿਵੇਂ ਇੱਕ ਕੀੜੀ ਹੋਵੇ ਤੇ ਕੀੜੀ ਵੱਡੇ ਪਹਾੜ ਦੇ ਤਾਈਂ, ਚਾਹੇ ਭਗਨਤ ਕੋ, ਵੀ ਮੈਂ ਕੀੜੀ ਆਖੇ ਮੈਂ ਪਹਾੜ ਭੰਨਣਾ, ਪਹਾੜ ਨਾਲ ਮੱਥਾ ਲਾ ਕੇ ਪਹਾੜ ਤੋੜਨਾ। ਵੀ ਬੀਬੀ ਕਰਮੋਂ ਹੈ ਤਾਂ ਕੀੜੀ ਵਰਗੀ ਗੁਰੂ ਅਰਜਨ ਦੇਵ ਮਹਾਰਾਜ ਤੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ, ਕਿਉਂਕਿ ਆਤ ਦੀ ਪਾਪਣ ਉਹ ਪਰਮੇਸ਼ਰ ਹੈ। ਇਹਦੀ ਕੀ ਮੁਕਾਬਲਾ ਕੀ ਇਹਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ। ਇਹ ਤਾਂ ਕਵੀ ਜੀ ਕਹਿੰਦੇ ਉਹ ਗੱਲ ਹੈ ਵੀ ਕੀੜੀ ਆਖੇ ਮੈਂ ਪਹਾੜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਾੜ ਵਰਗੇ ਤੇ ਬੀਬੀ ਕਰਮੋਂ ਕੀੜੀ ਵਰਗੀ ਹੈ। ਕੀੜੀ ਪਹਾੜ ਦਾ ਕੀ ਵਿਗਾੜ ਲਵੇਗੀ। ਇੱਕ ਦਿਨ ਪ੍ਰਿਥੀਆ ਬੈਠ ਕਰ, ਤੇ ਪ੍ਰਿਥੀ ਚੰਦ ਇੱਕ ਦਿਨ ਵਿਹੜੇ ਵਿੱਚ ਬੈਠਾ ਹੋਇਆ ਪਲੰਗਾ ਢਹਾ ਕਰਕੇ, ਨਿਜ ਪਤਨੀ ਪਾਸੂ, ਤੇ ਆਪਦੀ ਪਤਨੀ ਜਿਹੜੀ ਬੀਬੀ ਕਰਮੋਂ ਇਹ ਵੀ ਕੋਲ ਬੈਠੀ ਹੋਈ ਹੈ। ਕਰਤ ਬੜਾਈ ਆਪਣੀ, ਤੇ ਇਹ ਪ੍ਰਿਥੀ ਚੰਦ ਦਾ ਸੁਭਾਅ ਸੀ, ਇਹ ਤਿੜਾ ਮਾਰ ਲੈਂਦਾ ਸੀ ਆਪਦੇ ਘਰੇ ਵੀ, ਕਿਉਂਕਿ ਹੋਰ ਤਾਂ ਕੋਈ ਗੁਰੂ ਮੰਨਦਾ ਨਹੀਂ ਸੀ। ਤੇ ਆਪਦੀ ਪਤਨੀ ਕੋਲ ਹੀ ਉਹ ਆਪਦੀ ਸਿਫਤ ਸੋਭਾਜੀ ਕਰਕੇ ਤੇ ਆਪਦਾ ਪੇਠਾ ਆਪ ਹੀ ਥਾਪੜ ਲੈਂਦਾ ਸੀ। ਤੇ ਆਪਦੇ ਘਰ ਵਿੱਚ ਕਵੀ ਜੀ ਕਹਿੰਦੇ ਬੈਠਿਆਂ ਹੋਇਆਂ ਆਪਦੀ ਘਰ ਵਾਲੀ ਪਤਨੀ ਕੋਲ ਤੇ ਇਹ ਪ੍ਰਿਥੀ ਚੰਦ ਤਿੜਾਨੀਆਂ ਮਾਰਨ ਲੱਗਿਆ ਹੈ। ਸੁਖ ਸਹਿਤ ਬਿਲਾਸੂ, ਤੇ ਸੁਖ ਦੇ ਨਾਲ ਬੜੇ ਕੌਤਕ ਜੇ ਕਰਦਾ ਹੈ। ਅਰਜਨ ਗੁਰੂ ਕਹਾਵਤ, ਕਹਿੰਦਾ ਸੁਣ ਪਤਨੀ ਕਰਮੋਂ, ਵੇਖ ਲੈ ਵੀ ਸੰਸਾਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਆਪਦੇ ਆਪ ਨੂੰ ਗੁਰੂ ਕਹਾਉਂਦੇ ਹਨ। ਮਮ ਪਦ ਸਿਰ ਧਾਰੇ, ਪਰ ਜਦੋਂ ਮੇਰੇ ਸਾਹਮਣੇ ਆਉਂਦੇ ਆ ਗੁਰੂ ਅਰਜਨ ਦੇਵ ਤੇ ਮੇਰੇ ਚਰਨੀ ਡਿੱਗ ਪੈਂਦੇ ਆ। ਤੇ ਲੋਕਾਂ ਦੇ ਸਾਹਮਣੇ ਉਹ ਗੁਰੂ ਕਹਾਉਂਦੇ ਆਪਦੇ ਆਪ ਨੂੰ ਤੇ ਮੇਰੇ ਚਰਨੀ ਡਿੱਗ ਡਿੱਗ ਪੈਂਦੇ ਆ। ਕਿਵੇਂ ਸਿੱਖ ਹਮਰੇ ਤਾਹੇ ਕੇ, ਤੇ ਵੇਖ ਲੋ
ਵੀ ਜਿਹੜੇ ਮੇਰੇ ਸਿੱਖ ਹੈ, ਮੈਨੂੰ ਗੁਰੂ ਮੰਨਣ ਵਾਲੇ ਹਨ ਜਿੰਨੇ ਵੀ, ਹੋਏ ਨਮਰ ਅਗਾਰੇ। ਉਹ ਭਲਾ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਹੱਥ ਲਾਉਣਗੇ, ਕਿਵੇਂ ਉਹਦੇ ਅੱਗੇ ਨਿਮਰ ਭਾਵ ਰੱਖਣਗੇ, ਝੁਕਣਗੇ। ਵੀ ਉਹ ਮੇਰੇ ਸਿੱਖ ਜਾਣਦੇ ਆ ਵੀ ਪ੍ਰਿਥੀ ਚੰਦ ਵੱਡਾ ਗੁਰੂ ਹੈ, ਕਿਉਂਕਿ ਗੁਰੂ ਅਰਜਨ ਦੇਵ ਜਿਹੜੇ ਸਾਰੇ ਸੰਸਾਰ ਦੇ ਗੁਰੂ ਬਣੇ ਹੋਏ ਆ, ਉਹ ਸਾਡੇ ਗੁਰੂ ਪ੍ਰਿਥੀ ਚੰਦ ਦੇ ਚਰਨੀ ਡਿੱਗਦੇ। ਵੀ ਉਹ ਗੱਲ ਕੱਲ੍ਹ ਵਾਲੀ ਹੈ ਨਾ, ਵੀ ਮਹਾਰਾਜ ਤਾਂ ਨਿਮਰਤਾ ਰੱਖ ਕੇ ਚਰਨੀ ਹੱਥ ਲਾਉਂਦੇ ਆ। ਇਹ ਆਪਣੀ ਪਤਨੀ ਨੂੰ ਤਿੜਾਂ ਜੀਆਂ ਮਾਰ ਕੇ ਕਹਿੰਦਾ ਵੀ ਜਿਹਨੂੰ ਸਾਰੇ ਗੁਰੂ ਮੰਨਦੇ ਉਹ ਮੈਨੂੰ ਗੁਰੂ ਮੰਨੀ ਬੈਠੇ ਆ। ਗੁਰੂ ਅਰਜਨ ਦੇਵ ਤਾਂ ਮੇਰੇ ਚਰਨੀ ਡਿੱਗਦੇ ਆ, ਚਰਨੀ। ਤੇ ਵੇਖ ਲਓ ਮੇਰੇ ਜਿਹੜੇ ਸਿੱਖ ਹੈ ਉਹ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਝੁਕ ਸਕਦੇ ਆ, ਉਹ ਨਹੀਂ ਕਦੇ ਝੁਕਣਗੇ। ਜੋ ਸਿੱਖ ਹੈ ਸ਼ੁਭ ਮਤੀ ਜੁਤ। ਬਾਕੀ ਜਿਹੜੇ ਸ਼੍ਰੇਸ਼ਟ ਮਤ ਦੇ ਸਹਿਤ ਜਿਹੜੇ ਕੋ ਸਿੱਖ ਗੁਰਮੁਖ ਹਨ, ਮੋਹੁ ਕਹ ਮਾਨੈ। ਉਹ ਮੈਨੂੰ ਹੀ ਵੱਡਾ ਗੁਰੂ ਮੰਨਦੇ ਹਨ ਕਰਾਮਾਤ ਸਾਹਿਬ ਲਖੈ। ਤੇ ਜਾਣਦੇ ਆ ਸਾਰੇ ਵੀ ਅਸਲੀ ਜਿਹੜੀ ਕਰਾਮਾਤ ਤਾਂ ਪ੍ਰਿਥੀ ਚੰਦ ਚ ਹੈ। ਪ੍ਰਿਥੀ ਚੰਦ ਸਾਰੀਆਂ ਕਰਾਮਾਤਾਂ ਦਾ ਮਾਲਕ ਹੈ। ਗਨ ਭੇਟਨ ਆਨੈ। ਤੇ ਬਹੁਤ ਭੇਟਾਵਾਂ ਲਿਆ ਲਿਆ ਕੇ ਮੇਰੇ ਅੱਗੇ ਰੱਖੀ ਜਾਂਦੇ ਆ, ਬਾਸ਼ਤ ਪਾਵਹਿ ਕਾਮਨਾ। ਕਿਉਂਕਿ ਇਹ ਪਤਨੀ ਮੈਨੂੰ ਮੱਥਾ ਟੇਕਦੇ ਜਦੋਂ ਆਣ ਕੇ ਤੇ ਆਪਣੇ ਮਨ ਦੀ ਇੱਛਾ ਜਿਹੜੀ ਕਾਮਨਾ ਹੁੰਦੀ ਉਹ ਪੂਰੀ ਕਰ ਲੈਂਦੇ ਆ। ਮੈਨੂੰ ਮੱਥਾ ਮੇਰੇ ਅੱਗੇ ਜਦੋਂ ਅਰਦਾਸ ਕਰਦੇ ਆ ਨਾ, ਤੇ ਉਹੀ ਉਹਨਾਂ ਦੀ ਅਰਦਾਸ ਪੂਰੀ ਹੋ ਜਾਂਦੀ ਹੈ। ਬਹੁ ਕਹਿਤ ਸੁਨਾਏ। ਇਸ ਤਰ੍ਹਾਂ ਦੀਆਂ ਜਿਹੜੀਆਂ ਤਿੜਾਂ ਜੀਆਂ ਨਾ, ਉਹ ਪਾਡੀਆਂ ਦੀਆਂ ਮਾਰ ਮਾਰ ਕੇ ਬੀਬੀ ਕਰਮੋਂ ਨੂੰ ਇਹ ਪ੍ਰਿਥੀ ਚੰਦ ਘਰੇ ਆਪ ਹੀ ਬੈਠਾ ਤੇ ਸੁਣਾਈ ਜਾਂਦਾ ਹੈ। ਅਮੁਕ ਸਥਲ ਜਹ ਬਿਖਮਥੋ। ਤੋ ਫਿਰ ਕਹਿੰਦਾ ਵੀ ਐ ਸੁਣੀਦਾ ਵੀ ਕਈ ਸਿੱਖ ਕਹਿੰਦੇ ਆ ਵੀ ਜਿੱਥੇ ਸਥਾਨ ਬੜਾ ਕਠਿਨ ਸੀਗਾ, ਭਾਵ ਕੋਈ ਪਰਿਵਾਰ ਮੈਨੂੰ ਕਹਿੰਦੇ ਆ ਕੇ ਵੀ ਜਿੱਥੇ ਜਿੱਥੇ ਕੋਈ ਵਿਪਤਾ ਸਾਡੇ ਤੇ ਪੈ ਜਾਂਦੀ ਹੈ, ਤਹ ਭਏ ਸਹਾਏ। ਉੱਥੇ ਉੱਥੇ ਹੈਗੇ ਪ੍ਰਿਥੀ ਚੰਦ ਜੀ ਸਾਡੇ ਤੁਸੀਂ ਸਹਾਈ ਹੁੰਦੇ ਹੋ। ਕਿ ਜਦੋਂ ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਆ ਨਾ, ਤੇ ਜਿੱਥੇ ਜਿੱਥੇ ਵੀ ਕਿਤੇ ਵੱਡੀਆਂ ਔਂਕੜਾਂ ਆਉਂਦੀਆਂ ਨੇ, ਉੱਥੇ ਗੁਰੂ ਅਰਜਨ ਦੇਵ ਨਹੀਂ ਸਹਾਈ ਹੁੰਦੇ, ਜਿੱਥੇ ਤੁਸੀਂ ਸਹਾਈ ਹੋ ਜਾਂਦੇ ਹੋ। ਇਮ ਸੁਣ ਕਹਿ ਕਰਮੋ ਖਿਜੀ। ਹੁਣ ਕਰਮੋਂ ਨੂੰ ਬੀਬੀ ਨੂੰ ਪਹਿਲਾਂ ਉਹ ਗੁੱਸਾ ਤਾਂ ਇਹ ਸੀ ਵੀ ਹਰਗੋਬਿੰਦ ਸਾਹਿਬ ਠੀਕ ਕਿਉਂ ਹੈ, ਤੇ ਇਹ ਪ੍ਰਿਥੀ ਚੰਦ ਹੀ ਕਹਿੰਦਾ ਸੀ ਨਾ ਵੀ ਉਹ ਬਚਣਗੇ ਨਹੀਂ। ਤੇ ਗੁੱਸਾ ਬੀਬੀ ਕਰਮ ਨੂੰ ਇਹ ਹੈ ਵੀ ਇਹ ਤਾਂ ਐਵੇਂ ਮਾਰਦਾ, ਵੀ ਅੱਗੇ ਵੀ ਕਹਿੰਦਾ ਸੀ ਉਹਨਾਂ ਘਰੇ ਲਾਦ ਨਹੀਂ ਹੋਣੀ, ਬੱਚਾ ਵੀ ਹੋਇਆ ਤਾਂ 5 ਵਰ੍ਹਿਆਂ ਦਾ ਹੋਇਆ ਫਿਰਦਾ। ਵੀ ਇੱਕ ਕੰਮ ਇਹਨੂੰ ਆਖਿਆ ਵੀ ਹਰਗੋਬਿੰਦ ਸਾਹਿਬ ਨੂੰ ਮਾਰਨਾ ਤੇ ਉਹ ਹੁੰਦਾ ਨਹੀਂ, ਤੇ ਤਿੜਾਂ ਵੇਖ ਕਿਵੇਂ ਮਾਰਦਾ। ਇਹਦੀਆਂ ਗੱਲਾਂ ਨਹੀਂ ਸੁਣ ਕੇ ਤੇ ਬੀਬੀ ਕਰਮੋਂ ਬਹੁਤ ਖਿਝ ਗਈ ਹੈ। ਕਿਆ ਕਰਤ ਬੜਾਈ। ਕਹਿੰਦੇ ਮੈਂ ਜਾਣਦੀ ਆ ਤੈਨੂੰ, ਐਵੇਂ ਇੱਥੇ ਘਰ ਵਿੱਚ ਬੈਠਾ ਹੀ ਆਪਦੀਆਂ ਵਡਿਆਈਆਂ ਕਰਦਾ ਹੈ। ਏਕ ਸਾਲ ਛਾਤੀ ਠੁਕਿਓ। ਵੀ ਇੱਕੋ ਇੱਕ ਤਾਂ ਕੰਮ ਕਿਹਾ ਸੀ ਜਿਹੜਾ ਮੇਰੇ ਕਲੇਜੇ ਛਾਤੀ ਸਾਡੀ ਵਿੱਚ ਸਲ ਠੁਕਿਆ ਹੋਇਆ ਹੈ, ਸੋ ਨਹਿ ਨਿਕਸਾਈ। ਉਹੀ ਕੰਮ ਨਹੀਂ ਹੋਇਆ। ਇੱਕੋ ਇੱਕ ਕੰਮ ਸੀ, ਸਲ ਛਾਤੀ ਚ ਠੁਕਿਆ, ਭਾਵ ਹਰਗੋਬਿੰਦ ਸਾਹਿਬ ਨੂੰ ਮਾਰਨਾ ਸੀ, ਉਹ ਕੰਮ ਤੈਥੋਂ ਸਰਿਆ ਨਾ। ਜਤਨ ਅਨੇਕਣ ਕਰ ਥਕਿਓ। ਤੇ ਐਵੇਂ ਅਨੇਕਾਂ ਯਤਨ ਕੀਤੇ ਆ, ਕਰ ਕਰਕੇ ਹੰਭ ਗਿਆ ਹੈ। ਸਭ ਬਾਦ ਗਏ ਹੈ। ਤੇ ਸਾਰੇ ਦੇ ਸਾਰੇ ਕੀਤੇ ਹੋਏ ਯਤਨ ਜਿਹੜੇ ਉਹ ਵਿਅਰਥ ਗਏ ਆ, ਕੋਈ ਫਲਿਆ ਫੁੱਲਿਆ ਨਹੀਂ ਹੈ। ਲਖਾ ਨ ਸੰਕਟ ਅਤ ਵੱਡੇ। ਤੇ ਹੇ ਪਤੀ ਤੈਂ ਕਿਉਂ ਨਹੀਂ ਜਾਣਦਾ ਵੀ ਆਪਣੇ ਕੁਲ ਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਕਟ ਪੈਣ ਵਾਲਾ, ਮੰਗ ਮੰਗ ਕੇ ਖਾਇਆ ਕਰਨਗੇ, ਤੈਨੂੰ ਸੋਝੀ ਕਿਉਂ ਨਹੀਂ ਪੈਂਦੀ ਹੈ। ਨਿਤ ਬ੍ਰਿਧਤ ਭਏ ਹੈ। ਕਿਉਂਕਿ ਵੇਖ ਦਿਨ ਭਰ ਦਿਨ ਹਰਗੋਬਿੰਦ ਸਾਹਿਬ ਵੱਡਾ ਹੋਈ ਜਾਂਦਾ, ਤੇ ਗੁਰੂ ਅਰਜਨ ਦੇਵ ਮਾਤਾ ਗੰਗਾ ਜੀ ਦੇ ਘਰ ਵਿੱਚ ਸਿੱਖਾਂ ਦੀ ਤਦਾਰ ਵੀ ਵੱਧ ਰਹੀ ਹੈ, ਉਹਨਾਂ ਦੀ ਸ਼ਾਨੋ ਸ਼ੌਕਤ ਵੱਧ ਰਹੀ ਹੈ। ਪ੍ਰਥਮ ਭਨਿਓ ਤੁਮ ਬਾਕ ਕੋ। ਤੇ ਬਾਕੀ ਪਹਿਲਾਂ ਵੀ ਤੈਂ ਇੱਕ ਵਾਰੀ ਆਖਿਆ ਸੀ ਮੇਰੇ ਤਾਈਂ, ਸੁਤ ਨਹਿ ਉਪਜੈ। ਵੀ ਮਾਤਾ ਗੰਗਾ ਦੇ ਘਰ ਵਿੱਚ ਪੁੱਤਰ ਨਹੀਂ ਕੋ ਪੈਦਾ ਹੋਵੇਗਾ। ਜਦੋਂ ਹਰਗੋਬਿੰਦ ਸਾਹਿਬ ਨਹੀਂ ਪੈਦਾ ਹੋਏ ਸਨ, ਹੇ ਪਤੀ ਤਾਂ ਉਦੋਂ ਵੀ ਮੈਨੂੰ ਆਖਿਆ ਸੀ ਵੀ ਉਹਨਾਂ ਦੇ ਘਰੇ ਕਿਹੜਾ ਕੋਈ ਔਲਾਦ ਹੋਣੀ, ਸਾਰਾ ਕੁਝ ਆਪਣਾ ਹੀ ਹੈ। ਕੂਰੋ ਭਇਓ ਨਾ ਕਛ ਫੁਰਿਓ। ਪਰ ਤੇਰਾ ਉਹ ਵੀ ਬਚਨ ਪੂਰਾ ਨਾ ਹੋਇਆ ਪਤੀ, ਉਹ ਵੀ ਬਚਨ ਖਾਲੀ ਨਿਕਲਿਆ, ਕੋਈ ਗੱਲ ਨਾ ਬਣੀ। ਸਾਹਿਬਜ਼ਾਦੇ ਨੇ ਅਵਤਾਰ ਧਾਰ ਲਿਆ ਹੈ ਸੀ, ਅਬ ਸੋ ਮੁਦਤ ਹੈ। ਤੇ ਹੁਣ ਤੀਕਰ ਜਿਹੜਾ ਹੈ ਉਹ
ਤੇਰੇ ਸਾਹਮਣੇ ਹੀ ਹੈ, ਆਨੰਦ ਮਾਣ ਰਹੇ ਹਨ। ਗੁਰਤਾ ਹਮਾਰੇ ਆਏ ਹੈ। ਪਰ ਗੁਰਿਆਈ ਜਿਹੜੀ ਹੈ ਤੂੰ ਆਖਿਆ ਸੀ ਵੀ ਆਪਣੇ ਘਰ ਵਿੱਚ ਆ ਜਾਣੀ ਹੈ, ਸੋ ਭੀ ਨਹਿ ਹੋਵਾ। ਉਹ ਵੀ ਤੇਰਾ ਬਚਨ ਪੂਰਾ ਨਹੀਂ ਹੋਇਆ, ਖਾਲੀ ਨਿਕਲਿਆ। ਗੁਰਿਆਈ ਅਜੇ ਵੀ ਉਹਨਾਂ ਦੇ ਘਰ ਵਿੱਚ ਹੈ, ਸਾਹਿਬਜ਼ਾਦੇ ਅਵਤਾਰ ਧਾਰ ਲਿਆ ਹੈ ਸੀ। ਚਹਿਤ ਹੋ ਤੋ ਹਤ ਹੋਏ ਗੋ। ਤੇ ਫਿਰ ਮੈਂ ਇੱਛਾ ਕੀਤੀ ਸੀ ਵੀ ਚੱਲ ਜੇ ਹੁਣ ਹੋ ਹੀ ਗਿਆ ਤੇ ਮਾਰ ਮੁਕਾ ਦੇਵਾਂਗੇ। ਇਹ ਹੱਥ ਹੋਣ ਨਾਸ਼ ਹੋਣ ਬਾਬਤ ਵੀ ਮੈਂ ਇੱਛਾ ਕੀਤੀ ਸੀ। ਅਬ ਮ੍ਰਿਖਾ ਸਜੋਵਾ। ਤੇ ਵੇਖ ਲੈ ਵੀ ਤੂੰ ਆਖਿਆ ਸੀ ਠੀਕ ਆ, ਹੁਣ ਸੀਤਲਾ ਜਿਹੜਾ ਰੋਗ ਜਿਹਾ ਚੇਚਕਦਾ ਆਵੇਗਾ ਤੇ ਹਰਗੋਬਿੰਦ ਸਾਹਿਬ ਦੀ ਪ੍ਰਾਣ ਲੈ ਜਾਵੇਗਾ। ਪਰ ਵੇਖ ਪਤੀ ਉਹ ਵੀ ਤੇਰਾ ਬਚਨ ਝੂਠਾ ਨਿਕਲਿਆ। ਸਾਹਮਣੇ ਹੀ ਆ ਤੇਰੇ, ਉਹ ਚੰਗਾ ਭਲਾ ਖੇਡਦਾ ਫਿਰਦਾ ਹੈ। ਜਤਨ ਧਾਏ ਕੋ ਪਠਨ ਕੋ। ਤੇ ਉਂਝ ਵੀ ਬਥੇਰੇ ਯਤਨ ਕੀਤੇ ਐ। ਉਹ ਜਿਹੜੀ ਦਾਈ ਵੀ ਭੇਜੀ ਸੀ ਤੈਂ ਆਪਾਂ ਰਲ ਕਰਕੇ, ਉਹ ਜਿਹੜੀ ਅਸਥਨਾ ਨੂੰ ਜ਼ਹਿਰ ਲਾ ਕੇ ਦੁੱਧ ਪਿਆਉਣ ਗਈ ਸੀ, ਤਬ ਭਇਓ ਸਬਾਦੂ। ਤੇ ਉਦੋਂ ਵੀ ਉਹ ਵੀ ਤੁਹਾਡਾ ਯਤਨ ਦਾਈ ਨੂੰ ਜ਼ਹਿਰ ਦੇਣ ਵਾਲਾ ਵੀ ਉਹ ਬਿਰਥਾ ਹੋ ਗਿਆ ਹੈ ਸੀ। ਪ੍ਰਾਨ ਬਿਨਾਸੇ ਤਿਸੀ ਕੇ। ਉਲਟਾ ਮਾਤਾ ਗੰਗਾ ਦੇ ਸਾਹਿਬਜ਼ਾਦੇ ਨੇ ਆਪਣੀ ਭੇਜੀ ਦਾਈ ਦੀ ਜਾਨ ਕੱਢ ਮੁਕਾ ਦਿੱਤੀ ਸੀ। ਬਾਲਕ ਅਹਲਾਦੂ। ਇਹੋ ਜਿਹਾ ਬਲ ਵਾਲਾ ਇਹਨਾਂ ਦੇ ਘਰੇ ਪੁੱਤਰ ਪੈਦਾ ਹੋਇਆ, ਬੜੀ ਸੁਖਾਲੀ ਗੁੱਤ ਜੀ ਮਰੋੜ ਕੇ ਉਹਨੂੰ ਮਾਰ ਮੁਕਾ ਦਿੱਤਾ ਸੀ। ਬਹਰ ਸਰਪ ਕੈ ਤਰਾਸ ਤੇ। ਫੇਰ ਬੜੇ ਭਿਆਨਕ ਸੱਪ ਜਿਹੜਾ ਬਹੁਤ ਡਰ ਦੇਣ ਵਾਲਾ ਹੈ ਸੀ। ਜੀਵਤ ਹੀ ਜੋਵਾ। ਤੇ ਇਹਨਾਂ ਨੇ ਜਿਉਂਦੇ ਨੂੰ ਫੜ ਲਿਆ ਸੀ, ਉਹ ਜਾਂ ਉਹ ਸੱਪ ਤੋਂ ਵੀ ਇਹ ਬਚ ਗਏ ਐ ਤੇ ਜਿਉਂਦੇ ਨੂੰ ਫੜ ਕੇ ਮਾਰ ਮੁਕਾ ਦਿੱਤਾ ਪਟਕਾ ਪਟਕਾ ਕੇ। ਪਰਾ ਲਬਦ ਕੇ ਬੇਗ ਤੇ। ਪਤਾ ਨਹੀਂ ਪਤੀ ਜੀ ਕੀ ਕਾਰਨ ਹੈ ਵੀ ਇਹ ਤਾਂ ਹਰਗੋਬਿੰਦ ਸਾਹਿਬ ਜੀ ਪਰਾਲਬਦ ਵੀ ਉਹਨਾਂ ਦੀ ਖਰੇ ਕਿੰਨੀ ਕੁ ਵਧੀ ਲਿਖੀ ਹੋਈ ਹੈ, ਉਸੇ ਦੇ ਪ੍ਰਤਾਪ ਦੇ ਨਾਲ, ਬੇਗ ਪ੍ਰਤਾਪ ਦੇ ਨਾਲ। ਤਿਸ ਕੋ ਹਤ ਹੋਵਾ। ਤੇ ਉਹ ਸੱਪ ਉਲਟਾ ਮਰ ਗਿਆ, ਜਿਹੜਾ ਭੇਜੀ ਦਾ ਮਾਰਨ ਵਾਸਤੇ ਉਹੀ ਚੜਾਈ ਕਰ ਜਾਂਦਾ ਹੈ। ਕਹਿਓ ਨਿਕਸ ਹੈ ਸੀਤਲਾ। ਫੇਰ ਤੂੰ ਇੱਕ ਤੀਜਾ ਬਚਨ ਆਖਿਆ ਸੀ ਵੀ ਕੋਈ ਗੱਲ ਨਹੀਂ, ਹੁਣ ਸੀਤਲਾ ਨਿਕਲੇਗੀ ਤੇ ਉਹਦੇ ਨਾਲ ਚੜਾਈ ਕਰਨਗੇ। ਇਹ ਵੀ ਬਚਨ ਤੈਂ ਕੀਤਾ ਹੈ ਸੀ। ਸਿਸ ਪ੍ਰਾਨ ਬਿਨਾਸੈ। ਤੇ ਉਸੇ ਬਿਮਾਰੀ ਨਾਲ ਇਸ ਹਰਗੋਬਿੰਦ ਸਾਹਿਬ ਦੇ ਪ੍ਰਾਣ ਚਲੇ ਜਾਵਣਗੇ। ਸਕਲ ਅੰਗ ਸੁੰਦਰ ਰਹੇ। ਪਰ ਵੇਖ ਲਾ ਉਹ ਸੀਤਲਾ ਨੇ ਜਾਂ ਚੇਚਕ ਨੇ ਉਹਦੀ ਜਾਨ ਕੀ ਲੈਣੀ ਹਰਗੋਬਿੰਦ ਸਾਹਿਬ ਦੀ, ਉਹਦਾ ਬਾਲ ਤੱਕ ਬਾਂਕਾ ਨਹੀਂ ਹੋਇਆ। ਲੋਕਾਂ ਦੇ ਬਾਲਕਾਂ ਦੇ ਚੇਚਕ ਨਿਕਲਦੀ ਬਿਮਾਰੀ ਤੇ ਸਰੀਰ ਕਿਵੇਂ ਦੇ ਹੋ ਜਾਂਦੇ, ਕਰੂਪ ਭੈੜੇ, ਅੱਖਾਂ ਚਲੇ ਜਾਂਦੀਆਂ, ਸੁਣਨੋਂ ਹਟ ਜਾਂਦਾ, ਡੌਰ ਪੌਰ ਬੌਰੇ ਹੋ ਜਾਂਦੇ ਆ। ਤੇ ਇਹ ਹਰਗੋਬਿੰਦ ਸਾਹਿਬ ਨੂੰ ਤਾਂ ਹੋਇਆ ਹੀ ਕੱਖ ਨਹੀਂ, ਅੰਗ ਵੀ ਉਹਨਾਂ ਦੇ ਚੰਗੇ ਭਲੇ ਤੇ ਅੱਗੇ ਤੋਂ ਵੀ ਸੋਹਣੇ ਨਿਖਰੇ ਹੋਏ ਹਨ। ਕੁਛ ਬਿਘਨ ਨ ਤਾਸੈ। ਕੋਈ ਵੀ ਵਿਗਣ ਨਹੀਂ ਹੋਇਆ ਉਸ ਦੇ ਤਾਈ। ਇਹ ਸਭ ਤੁਮਰੇ ਬਾਕ ਥੇ। ਇਹ ਸਾਰੇ ਸੁਣ ਪਤੀ ਥੇ ਫੜਾ ਮਾਰ ਦਿਓ ਤੇ ਦੱਸੋ ਖਾ ਭਲਾ ਇਹ ਤੁਹਾਡੇ ਹੀ ਵਾਕ ਸੀ ਨਾ, ਤੁਸੀਂ ਆਖਿਆ ਸੀ ਨਾ ਸਾਰੀਆਂ ਗੱਲਾਂ ਬੋਲੇ ਛੱਡੇ ਸਨ। ਕਿਆ ਹਾਂ ਨਾ ਸੱਚ ਥੀਵੇ। ਪਰ ਦੱਸੋ ਵੀ ਇਹਨਾਂ ਚ ਇੱਕ ਵੀ ਗੱਲ ਭਲਾ ਸੱਚੀ ਹੋਈ? ਜੇ ਨਹੀਂ ਹੋਈ ਤੇ ਦੱਸੋ ਕਿਉਂ ਨਹੀਂ ਪੂਰੀ ਹੋਈ ਹੈ? ਜਿਸ ਹੈ ਚਹਿਤ ਸੰਘਾਰ ਬੇ। ਜਿਹਨੂੰ ਮਾਰਨਾ ਚਾਹੁੰਦੇ ਹਾਂ ਆਪਾਂ, ਬਿਨ ਰੁਜ ਸੋ ਜੀਵੇ। ਤੇ ਉਹ ਤਾਂ ਬਿਨਾਂ ਰੁਜ ਤੋਂ ਜਿਉਂਦਾ ਫਿਰਦਾ, ਕੋਈ ਰੋਗ ਨਹੀਂ, ਕੋਈ ਦੁੱਖ ਨਹੀਂ। ਉਹ ਹੱਸਦੇ ਖੇਡਦੇ ਤੇ ਕਲਕਾਰੀਆਂ ਉਹਦੀ ਆਪਣੇ ਘਰ ਤੱਕ ਸੁਣਦੀਆਂ ਹਨ। ਜਿਸ ਕੀ ਚਿੰਤਾ ਰਾਤ ਦਿਨ। ਜਿਸ ਹਰਗੋਬਿੰਦ ਸਾਹਿਬ ਦੇ ਵੱਡੇ ਹੋਣ ਦੀ, ਉਹਨਾਂ ਦੇ ਵਧਣ ਫੁੱਲਣ ਦੀ ਜਿਹੜੀ ਚਿੰਤਾ ਹੈ, ਹੇ ਮੇਰੇ ਪਤੀ ਮੇਰੇ ਹਿਰਦੇ ਵਿੱਚ ਰਾਤ ਦਿਨ ਹੀ ਵਾਸ ਹੈ ਔਰ ਮੇਰੇ ਹਿਰਦੇ ਵਿੱਚ ਦਿਨ ਰਾਤ ਵਾਸਾ ਕੀਤਾ ਹੋਇਆ, ਪੱਕਾ ਘਰ ਪਾਇਆ ਚਿੰਤਾ ਨੇ। ਧੂਣ ਸਾਮ ਛਾਤੀ ਧੁਖਤ। ਤੂੰ ਨਹੀਂ ਜਾਣਦਾ ਮੇਰੀ ਛਾਤੀ ਗਿੱਲੇ ਗੋਹੇ ਵਾਂਗੂ ਦਿਨ ਰਾਤ ਧੁਖਦੀ ਰਹਿੰਦੀ ਹੈ। ਹਰੇ ਪਕਾਤੀ ਹੇਰੇ। ਹਾਂ, ਵੇਖ ਵੇਖ ਕੇ ਨਾ ਆਪਦੇ ਦੁਸ਼ਮਣ ਨੂੰ ਵੀ ਕਦੋਂ ਜਿਹੜਾ ਨਾਸ਼ ਕਰਨੀ, ਜਿਹੜਾ ਜਿਉਂਦਾ ਨਾ ਰਵੇ ਹਰਗੋਬਿੰਦ ਸਾਹਿਬ, ਉਹਨੂੰ ਜਿਉਂਦੇ ਨੂੰ ਵੇਖ ਵੇਖ ਕੇ ਮੇਰੀ ਛਾਤੀ ਸੁਲਗਦੀ ਹੈ। ਮੈਨੂੰ ਜਿਹੜੇ ਵੇ ਹੌਲ ਪੈਂਦੇ ਆ, ਗਿੱਲੇ ਗੋਹੇ ਵਾਂਗੂ ਮੇਰਾ ਸਰੀਰ ਮਨ ਧੁਖਦਾ ਰਹਿੰਦਾ ਹੈ। ਆਪਨ ਵਡਾਈ ਬਾਦ ਹੀ। ਤੇ ਐਵੇਂ ਹੀ ਇਹ ਪ੍ਰਿਥੀ ਚੰਦ ਪਤੀ, ਐਵੇਂ ਨਾ ਆਪਦੀਆਂ ਵਡਿਆਈਆਂ ਇੱਥੇ ਬੈਠੇ ਵਿਅਰਥ ਹੀ ਮਾਰੀ ਜਾਇਆ ਕਰੋ। ਕਿ ਮੈਂ ਆਪ ਸੁਣਾਵੈਂ। ਤੇ ਹੋਰ ਤਾਂ ਮੈਂ ਜਾਣਦੀ ਚੰਗੀ ਤਰ੍ਹਾਂ, ਐਵੇਂ ਆਪਦੇ ਆਪ ਦੀਆਂ ਵਡਿਆਈਆਂ ਮੂੰਹ ਹੀ ਮਿੱਠੂ ਬਣੇ ਫਿਰਦੇ ਹੋ, ਘੁਮਿਆਰੀ ਦੇ ਵਾਂਗੂ ਭਾਂਡਾ ਆਪ ਹੀ ਆਪ ਦਾ ਸਲਾਈ ਜਾਂਦੇ।
ਆਪਦੀਆਂ ਵਡਿਆਈਆਂ ਮੇਰੇ ਕੋਲ ਨਾ ਤੁਸੀਂ ਕਰਿਆ ਕਰੋ। ਮੈਂ ਜਾਣਦੀ ਚੰਗੀ ਤਰ੍ਹਾਂ ਤੁਹਾਡੇ ਬਚਨਾਂ ਵਿੱਚ ਕਿੰਨਾ ਕੁ ਸੱਤ ਰੱਖਿਆ ਹੈ। ਜਿਸ ਤੇ ਸਗਰੀ ਕੁਲ ਦੁਖ ਹੈ। ਬਾਕੀ ਜੇ ਇਸ ਕੰਮ ਤੋਂ ਸਾਰੀ ਕੁਲ ਦਾ ਦੁੱਖ ਹੋਣ ਵਾਲਾ ਹੈ, ਭਾਵ ਵੀ ਉਹ ਗੁਰਿਆਈ, ਜੇ ਇਸ ਕੰਮ ਤੋਂ ਸਾਰੀ ਕੁਲ ਦਾ ਬੜਾ ਦੁੱਖ ਹੋਣ ਵਾਲਾ, ਸਾਡੀ ਸਾਰੀ ਕੁਲ ਦੁਖੀ ਹੋਵੇਗੀ, ਸੋ ਚੀਤ ਨ ਆਵੈ। ਉਹ ਤੁਹਾਡੇ ਮਨ ਵਿੱਚ ਨਹੀਂ ਆਉਂਦਾ। ਤੇ ਫੋਕੀਆਂ ਫੜਾਂ ਮਾਰਨ ਨੂੰ ਤੁਸੀਂ ਚੰਗੇ ਭਲੇ ਹੋ। ਸੁਣ ਪ੍ਰਿਥੀਏ ਧੀਰਜ ਦਈ। ਸੁਣ ਕੇ ਪ੍ਰਿਥੀ ਚੰਦ ਜਿਹੜਾ ਫਿਰ ਉਹ ਆਪਣੀ ਪਤਨੀ ਨੂੰ ਜਦੋਂ ਵੇਖਿਆ ਵੀ ਬਹੁਤ ਇਹ ਤਾਂ ਗੁੱਸੇ ਹੋ ਗਈ ਹੈ, ਤੇ ਫੇਰ ਲੱਗਿਆ ਉਹਨੂੰ ਧੀਰਜ ਦਿਆ ਦੇਣ ਵਾਸਤੇ। ਬਹੁ ਬਿਦ ਸਮਝਾਈ। ਬੜੇ ਤਰੀਕੇ ਦੇ ਨਾਲ ਉਹਨੂੰ ਸਮਝਾਉਂਦਾ ਬੀਬੀ ਕਰਮੋਂ ਨੂੰ। ਬਚੇ ਪ੍ਰਾਣ ਤਿਸ ਪੁੱਤਰ ਕੇ। ਕਹਿੰਦਾ ਕਿਹੜੀ ਗੱਲ ਦੀ ਪ੍ਰਵਾਹ ਚਿੰਤਾ ਕਰਦੀ ਐ? ਫਿਰ ਕੀ ਹੋਇਆ ਜੇ ਮਾਤਾ ਗੰਗਾ ਦੇ ਪੁੱਤਰ ਦੇ ਪ੍ਰਾਣ ਚੇਚਕ ਦੇ ਰੋਗ ਤੋਂ ਬਚ ਗਏ ਹਨ? ਬਹੁ ਕਰੇ ਉਪਾਈ। ਮੇਰੇ ਕੋਲ ਬਥੇਰੇ ਢੰਗ ਤਰੀਕੇ ਆ, ਮੈਂ ਆਪੇ ਕੋਈ ਨਾ ਕੋਈ ਤਰੀਕਾ ਕੱਢ ਲਵਾਂਗਾ। ਪਾਠ ਕਰੇ ਬਹੁ ਚੰਡ ਕੇ। ਬਾਕੀ ਉਹਨੂੰ ਬਚਾਉਣ ਵਾਸਤੇ ਉਹਨਾਂ ਨੇ ਬੜੇ ਬਾਣੀ ਦੇ, ਗੁਰਬਾਣੀ ਦੇ ਪਾਠ ਕੀਤੇ ਹਨ। ਦਿਜ ਹਵੈ ਸਮੁਦਾਈ। ਤੇ ਹੋਰ ਬੜਾ ਬ੍ਰਾਹਮਣ ਆਦਿਕ ਇਕੱਠਿਆਂ ਕਰ ਕਰ ਤੇ ਹੋਰ ਦੂਜੇ ਤੀਜੇ ਲੋੜਵੰਦਾਂ ਨੂੰ ਦਾਨ ਦਿੱਤਾ। ਇਹ ਬਚਨੇ ਨਹੀਂ ਸੀ ਹਰਗੋਬਿੰਦ ਸਾਹਿਬ, ਇਹ ਤਾਂ ਗੱਲ ਕਰ ਬਾਣੀ ਬਹੁਤ ਪੜ੍ਹੀ ਗਈ। ਜੇ ਨਾ ਹਰਮੰਦਰ ਸਾਹਿਬ ਦੇਗ ਕਰਾਉਂਦੇ, ਅਰਦਾਸਾਂ ਕਰਾਉਂਦੇ, ਤੇ ਵੇਖ ਲੈ ਵੀ ਮੈਂ ਇਕੱਲਾ ਇੱਕ ਪਾਸੇ ਸੀ ਤੇ ਸਾਰੇ ਜਿੰਨੇ ਸਿੱਖ ਇੱਕ ਪਾਸੇ ਸੀ। ਇਹਨਾਂ ਸਾਰਿਆਂ ਬਾਣੀ ਪੜ੍ਹ ਪੜ੍ਹ ਕੇ ਤੇ ਹਰਗੋਬਿੰਦ ਸਾਹਿਬ ਨੂੰ ਮੇਰੇ ਸਰਾਪ ਤੋਂ ਬਚਾਇਆ ਹੈ ਸੀ। ਦਾਨ ਦੀਨ ਅਣਗਿਣਤ ਹੀ। ਤੇ ਅਣਗਿਣਤ ਨੂੰ ਇਹਨਾਂ ਨੇ ਦਾਨ ਦਿੱਤਾ ਹੈ, ਉਹ ਦਾਨ ਦਾ ਪ੍ਰਤਾਪ ਵਰਤਿਆ ਹੈ। ਮਮ ਬਚਨ ਫਲਾਈ। ਤੇ ਮੇਰੇ ਬਚਨ ਨਿਫਲ ਹੋਏ ਆ। ਹੁਣ ਉਹ ਕੀਤੀ ਤਾਂ ਮਹਾਰਾਜ ਨੇ ਆਪ ਹੀ ਕੋਈ ਕੌਤਕ ਕਰਿਆ। ਇਹ ਕਹਿੰਦਾ ਵੀ ਉਹ ਤਾਂ ਸਾਰੇ ਇੱਕ ਪਾਸੇ ਹੋ ਗਏ ਤੇ ਫੇਰ ਜਾ ਕੇ ਕਿਤੇ ਮੇਰਾ ਬਲ, ਮੇਰੇ ਬਚਨਾਂ ਦਾ ਕਾਟ ਹੋਈ ਇਹਨਾਂ ਦੇ ਪਾਸੋਂ। ਤਉ ਸੁਨਹਾ ਮਮ ਬਾਕ ਕੋ। ਚੱਲ ਕੋਈ ਨਾ, ਫੇਰ ਕੀ ਹੋਇਆ, ਫੇਰ ਵੀ ਸੁਣ ਤੂੰ ਅੱਗੇ ਮੇਰੀ ਗੱਲ, ਕੀ ਮੇਰੇ ਮਨ ਵਿੱਚ ਚੱਲਦਾ ਹੈ। ਤੈਂ ਚਾਹਤੇ ਹੋ ਹਾਨਾ। ਜੇ ਤੂੰ ਚਾਹੁੰਦੀ ਹੈ ਨਾ ਵੀ ਹਰਗੋਬਿੰਦ ਸਾਹਿਬ ਜਿਉਂਦਾ ਨਾ ਰਵੇ, ਇਹਨੂੰ ਮਾਰਨਾ ਹੀ ਮਾਰਨਾ ਹੈ, ਸੋ ਕਾਰਜ ਮੈਂ ਕਰਾਂਗੋ। ਉਹ ਕਾਰਜ ਹੁਣ ਮੈਂ ਆਪ ਆਪਦੇ ਹੱਥੀਂ ਕਰਾਂਗਾ। ਬਚ ਹੈ ਨਹਿ ਪ੍ਰਾਨਾ। ਤੇ ਮੈਂ ਵਾਅਦਾ ਕਰਦਾ ਵੀ ਇਸ ਵਾਰੀ ਹਰਗੋਬਿੰਦ ਸਾਹਿਬ ਦੇ ਪ੍ਰਾਣ ਨਹੀਂ ਬਚਣਗੇ, ਜਿਉਂਦੇ ਨਹੀਂ ਰਹਿਣਗੇ। ਪ੍ਰਥਮ ਯਤਨ ਸਭ ਬਾਦ ਭੇ। ਕਿਉਂਕਿ ਭਾਵੇਂ ਮੇਰੇ ਕੀਤੇ ਹੋਏ ਪਹਿਲਾਂ ਵਾਲੇ ਸਾਰੇ ਯਤਨ ਬੇਫਲ ਹੋ ਗਏ ਹਨ। ਇਹੋ ਹੋਏ ਨਾ ਬਾਦੂ। ਤੇ ਐਤਕੀ ਵਾਲਾ ਜਿਹੜਾ ਮੈਂ ਕਰਾਂਗਾ ਨਾ, ਤੀਰ ਛੱਡਾਂਗੇ, ਖਾਲੀ ਨਹੀਂ ਜਾਵੇਗਾ, ਜ਼ਰੂਰ ਟਿਕਾਣੇ ਵੱਜੇਗਾ। ਪਹੁੰਚਹਿ ਜਮ ਕੇ ਧਾਮ ਕੋ। ਤੇ ਹਰਗੋਬਿੰਦ ਸਾਹਿਬ ਜਿਆਦਾ ਜ਼ਰੂਰ ਜਮ ਦੇ ਧਾਮ ਨੂੰ, ਭਾਵ ਮੌਤ ਨੂੰ ਪਹੁੰਚ ਜਾਵਣਗੇ। ਤੁਜ ਹੋਏ ਅਹਲਾਦੂ। ਤੇ ਇਹ ਮੇਰੀ ਪਤਨੀ ਕਰਮੂ ਫਿਰ ਰਜ ਰਜ ਖੁਸ਼ੀਆਂ ਮਨਾਈ, ਤੈਨੂੰ ਖੁੱਲਾ ਆਨੰਦ ਹੋਵੇਗਾ। ਸਾਲਿ ਉਖਾਰੋਂ ਬੰਸ ਕੋ। ਤੇ ਜਿਹੜੇ ਛੇਕ ਦੀ ਛਾਤੀ 'ਚ ਵਾਰ-ਵਾਰ ਗੱਲ ਕਰਦੀ ਆ, ਉਹ ਆਪਣੀ ਬੰਸ ਵਿੱਚ ਪਿਆ ਹੋਇਆ ਸਲ ਛੇਕ ਉਹ ਮੈਂ ਭਰ ਦੇਵਾਂਗਾ, ਜਾਂ ਲੱਗੀ ਹੋਈ ਮੇਖ ਪੁੱਟ ਦੇਵਾਂਗਾ। ਗੁਰਤਾ ਹਮ ਲੈ ਹੈ। ਤੇ ਗੁਰਤਾ ਵੀ ਆਪਾਂ ਲੈ ਲੈਣੀ ਹੈ। ਦੇਸ਼ ਵਿਦੇਸ਼ਣ ਸਕਲ ਤੇ। ਜਿਹੜੇ ਦੇਸ਼ਾਂ ਵਿਦੇਸ਼ਾਂ ਦੀਆਂ ਜਿੰਨੀਆਂ ਸੰਗਤਾਂ ਆਉਂਦੀਆਂ ਹਨ, ਪੂਜਾ ਕਰਵੈ ਹੈ। ਉਹ ਸਾਰਿਆਂ ਤੋਂ ਆਪਾਂ ਆਪਦੀ ਪੂਜਾ ਮੈਂ ਕਰਵਾਵਾਂਗਾ। ਬੇਦੀ ਤੇ ਹਣ ਬੰਸ ਮਹਿ। ਕਿਉਂਕਿ ਇਹ ਗੁਰਿਆਈ ਜਿਹੜੀ ਪਹਿਲਾਂ ਬੇਦੀਆਂ ਵਿੱਚ ਰਹੀ, ਫਿਰ ਭਾਵ ਗੁਰੂ ਨਾਨਕ ਪਾਤਸ਼ਾਹ, ਫਿਰ ਤੇਣ ਕੁਲ ਸੀ ਨਾ ਗੁਰੂ ਅੰਗਦ ਦੇਵ ਮਹਾਰਾਜ ਦੀ, ਫਿਰ ਇਹਨਾਂ ਵਿੱਚ ਆ ਗਈ ਸੀ। ਭੱਲਿਅਨ ਕੇ ਮਾਨਾਹੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜੇ ਭੱਲੇ ਵੰਸ਼ਜ ਸਨ, ਫਿਰ ਇਹਨਾਂ ਵਿੱਚ। ਤੇ ਜਾਣ ਲੈ ਵੀ ਇਹ ਵਰਦਾਨ ਹੋਇਆ ਵੀ ਹੁਣ ਇਸੇ ਕੁਲ 'ਚ ਹੀ ਰਵੇਗੀ ਜਿਹੜੀ ਗੁਰਿਆਈ ਹੈ। ਪਰ ਇਹ ਮੇਰੀ ਪਤਨੀ, ਹੁਣ ਗੁਰਿਆਈ ਨਾ ਤਾਂ ਬੇਦੀਆਂ ਕੋਲ ਹੈ, ਨਾ ਤੇਣਾ ਕੋਲ ਹੈ, ਤੇ ਨਾ ਹੀ ਹੁਣ ਪੱਲਿਆਂ ਕੋਲ ਹੈ। ਇਹ ਜਿਹੜੀ ਗੁਰਿਆਈ ਹੈ ਨਾ, ਇਹ ਗੁਰਿਆਈ ਤਾਂ ਹੁਣ ਸੋਢ ਵੰਸ਼ ਵਿੱਚ ਆ ਚੁੱਕੀ ਹੈ, ਗੁਰੂ ਰਾਮਦਾਸ ਮਹਾਰਾਜ ਤੱਕ ਸੀਗੀ। ਗੁਰਤਾ ਸੋਢਨ ਕੇ ਆਹੈ। ਕਿਉਂਕਿ ਸੋਢੀਆਂ ਦੇ ਵਿੱਚ ਹੁਣ ਗੁਰਿਆਈ ਤੇ ਵਰਦਾਨ ਇਸੇ ਹੀ ਕੁਲ ਵਿੱਚ ਗੁਰਤਾ ਰਹਿਣ ਦਾ ਹੋਇਆ ਹੈ। ਹਮ ਤੀਨਹ ਮਾਹੀ। ਤੇ ਹੁਣ ਫਿਰ ਕੌਣ ਹੈ ਸੋਢ ਵੰਸ਼? ਜਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਹੈ, ਜਾਂ ਮਹਾਦੇਵ ਹੈ, ਤੇ ਤੀਜਾ ਮੈਂ ਹਾਂ। ਇਹ ਗੁਰਿਆਈ ਹੁਣ ਕਿਤੇ ਹੋਰ ਤਾਂ ਜਾਣੋ ਨਾ ਰਹੀ, ਇਹ ਸਾਡੇ ਤਿੰਨਾਂ ਵਿੱਚ ਰਹੇਗੀ। ਮਹਾਦੇਵ ਭੋਰੋ ਆਹੈ। ਤੇ ਮਹਾਦੇਵ ਤਾਂ ਪਰਵਾਹ ਹੀ ਨਹੀਂ ਕਰਦਾ, ਮੇਰਾ ਛੋਟਾ ਭਾਈ, ਉਹ ਤਾਂ ਬਿਲਕੁਲ ਭੋਲੇ ਸੁਭਾਅ ਦਾ ਹੈ। ਨਹਿ ਚਾਹ ਕਰੰਤਾ। ਉਹ ਗੁਰਿਆਈ ਦੀ ਕੋਈ ਇੱਛਾ ਹੀ ਨਹੀਂ ਕਰਦਾ, ਉਹ ਕਹਿੰਦਾ ਮੈਂ ਹੈ ਹੀ ਗੁਰੂ ਹਾਂ,
ਭਾਵ ਸੁਭਾਅ ਸੂਦਾ ਸੀ ਨਾ ਬਾਬਾ ਮਹਾਦੇਵ ਜੀ ਦਾ। ਇਹ ਪ੍ਰਿਥੀ ਕਹਿੰਦਾ ਵੀ ਕਰਮੋਂ ਨੂੰ ਕਿ ਪਤਨੀ ਚਿੰਤਾ ਨਾ ਕਰ, ਉਹ ਮਹਾਦੇਵ ਦਾ ਸੁਭਾਅ ਹੀ ਸੂਦਾ ਹੈ, ਉਹਦੀ ਤੂੰ ਚਿੰਤਾ ਨਾ ਕਰ। ਹੁਣ ਸਮਝ ਲਾ ਵੀ ਗੁਰਿਆਈ ਦੇ ਵਿੱਚ ਅਸੀਂ ਦੋ ਜਣੇ ਹੀ ਆਉਂਦੇ ਹਾਂ। ਅਰਜਨ ਹੋਏ ਬਿਨ ਪੁੱਤਰ ਤੇ ਤੇ ਜਦੋਂ ਹਰਗੋਬਿੰਦ ਸਾਹਿਬ ਨੂੰ ਮਾਰ ਦਿਆਂਗੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੇਪੁੱਤਰੇ ਹੋ ਜਾਣਾ ਹੈ ਅਧਿਕੈ ਦੁਖਵੰਤਾ ਤੇ ਬਹੁਤੇ ਦੁੱਖ ਵਾਲੇ ਹੋਣਗੇ, ਬੜਾ ਦੁੱਖ ਪ੍ਰਾਪਤ ਹੋਵੇਗਾ। ਬੈਸ ਬਿਤੇ ਤਨ ਬਿਨ ਤੇ ਸੋਹਵੈ ਬਾਕੀ ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ ਲੰਘਦੀ ਜਾਣੀ ਹੈ ਤੇ ਆਪੇ ਕੁਝ ਸਮਾਂ ਲੰਘ ਜਾਵੇਗਾ ਤੇ ਉਮਰਾਂ ਭੋਗ ਕੇ ਤੇ ਸੱਚਖੰਡ ਜਾ ਬਰਾਜਣਗੇ। ਇਸ ਥਿਰ ਨਹਿ ਕੋਈ ਕਿਉਂਕਿ ਤੂੰ ਜਾਣਦੀ ਹੈ ਨਾ ਮੇਰੀ ਪਤਨੀ ਵੀ ਸੰਸਾਰ ਹੈ ਤੇ ਸੰਸਾਰ ਦੇ ਵਿੱਚ ਕੋਈ ਪੱਕਾ ਡੇਰਾ ਪਾ ਕੇ ਨਹੀਂ ਰਹਿ ਸਕਦਾ। ਆਪਾਂ ਅੱਗਾ ਹੀ ਮਾਰ ਦਿੰਨੇ ਆ, ਭਾਵ ਹਰਗੋਬਿੰਦ ਸਾਹਿਬ ਨੂੰ ਨਾਸ਼ ਕਰ ਦਿੰਨੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਆਪੇ ਉਮਰ ਭੋਗ ਕੇ ਜਦੋਂ ਚੜ੍ਹਾਈ ਕਰ ਜਾਣਗੇ, ਕਿਉਂਕਿ ਸੰਸਾਰ ਵਿੱਚ ਕੋਈ ਪੱਕਾ ਨਹੀਂ ਹੈ। ਪੁਨ ਹਮ ਹੀ ਗੁਰ ਹੋਹੇਂਗੇ ਤੇ ਬਾਅਦ ਵਿੱਚ ਆਖੇ ਮੈਂ ਗੁਰੂ ਬਣ ਜਾਵਾਂਗਾ। ਹੁਣ ਇਹ ਨਹੀਂ ਜਾਣਦਾ ਮੂਰਖ ਵੀ ਮੈਂ ਤਾਂ ਵੱਡਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ। ਕਹਿੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਉਮਰ ਭੋਗ ਕੇ ਚੜ੍ਹਾਈ ਕਰ ਹੀ ਜਾਣਾ, ਵੀ ਸੰਸਾਰ ਤੇ ਕਿਹੜਾ ਕੋਈ ਪੱਕਾ ਰਹਿਣ ਵਾਲਾ। ਤੇ ਮੁੜ ਕੇ ਆਖੇ ਗੁਰਿਆਈ ਮੈਂ ਲੈ ਲੈਣੀ ਹੈ। ਤੇ ਉਹ ਮੂਰਖ ਹੀ ਆ ਨਾ, ਵੀ ਇਹ ਨਹੀਂ ਜਾਣਦਾ ਵੀ ਮੈਂ ਵੱਡਾ ਆ ਤੇ ਨਾਲੇ ਬਾਕੀ ਮੌਤ ਦਾ ਕਿਹੜਾ ਬੰਨਿਆ ਕੋਈ ਵੀ ਵੱਡਾ ਛੋਟਾ, ਰਾਜਾ ਪ੍ਰਜਾ ਸਮ ਕਰ ਮਾਰਿਆ ਸੋ ਕਾਲ ਬਿਡਾਨੀ ਰੇ। ਨਾ ਬੁੱਢਾ ਵੇਖਦੀ ਨਾ ਬੱਚਾ ਵੇਖਦੀ ਹੈ, ਇਹ ਤਾਂ ਸਮਾਂ ਬਣਦਾ। ਤੇ ਪਰ ਉਹ ਗੋਂਦਾਂ ਦੀਆਂ ਗੁਣਦਾ ਵੀ ਇਹਨਾਂ ਦੀ ਉਮਰ ਪਹਿਲਾਂ ਭੋਗ ਜਾਣੀ ਹੈ। ਜਦੋਂ ਉਮਰ ਪੂਰੀ ਹੋ ਜਾਵੇਗੀ ਆਖੇ ਫਿਰ ਮੈਂ ਗੁਰਿਆਈ ਕਰਾਂਗਾ, ਮੈਂ ਗੁਰੂ ਬਣ ਜਾਵਾਂਗਾ। ਇਹੋ ਜਿਹੀ ਮੂਰਖਤਾਈ ਦੀਆਂ ਗੱਲਾਂ ਕਰਦਾ ਹੈ। ਕੋਦ ਤੀయ ਨ ਹੋਈ ਕਿਤੇ ਹੋਰ ਕੌਣ ਹੋਵੇਗਾ? ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ ਸਾਹਿਬਜ਼ਾਦੇ ਉਹ ਆਪਾਂ ਮਾਰ ਦੇਣੇ ਆ ਤੇ ਗੁਰਿਆਈ ਫਿਰ ਹੋਰ ਰਹਿ ਹੀ ਨਹੀਂ ਗਿਆ। ਸੋਢੀਆਂ ਵਿੱਚ ਕੋਈ ਮਹਾਦੇਵ ਤਾਊ ਮਸਤਾਨੇ ਆ, ਪ੍ਰਵਾਹ ਨਹੀਂ ਕਰਦੇ ਇਹੋ ਜਿਹੇ ਕੰਮ ਦੀ। ਤੇ ਫਿਰ ਮੈਂ ਇਕੱਲਾ ਰਹਿ ਜਾਵਾਂਗਾ, ਹੋਰ ਦੂਜਾ ਮੇਰੇ ਬਰਾਬਰ ਕੋਈ ਨਹੀਂ ਹੋਣਾ। ਤਜਹ ਚਿੰਤ ਔਰ ਹਰਖ ਧਰ ਤੇ ਇਹ ਮੇਰੀ ਪਤਨੀ ਖੁਸ਼ ਹੋ, ਮਨ ਵਿੱਚ ਖੁਸ਼ੀਆਂ ਮਨਾ, ਐਵੇਂ ਚਿੰਤਾ ਵਿੱਚ ਨਾ ਡੁੱਬ ਤੂੰ। ਲਖ ਸੱਚ ਮਮ ਬਾਨੀ ਤੇ ਮੇਰੇ ਬਚਨਾਂ ਨੂੰ ਹੁਣ ਸੱਚਾ ਜਾਣ ਵੀ ਇਹ ਸਾਰਾ ਜੋ ਤੈਨੂੰ ਮੈਂ ਹੁਣ ਵਿਖਾਏ ਆ ਨਾ ਮਹਿਲ ਸੁਪਨੇ, ਇਹ ਪੂਰੇ ਕਰਕੇ ਹਟਾਂਗਾ। ਬਿਖਦੈ ਕਰ ਬਾਲਕ ਉਹ ਹਤੋਂ ਪੁੱਛਦੀ ਹੈ ਵੀ ਪਤੀ ਜੀ ਹੁਣ ਕੀ ਸੋਚਿਆ? ਤੇ ਪ੍ਰਿਥੀ ਚੰਦ ਕਹਿੰਦਾ ਹੁਣ ਸੋਚਿਆ ਇਹ ਹੈ ਵੀ ਹੁਣ ਤਾਂ ਲਾਗੇ ਹੀ ਹੈ ਨਾ, ਤੇ ਹਰਗੋਬਿੰਦ ਸਾਹਿਬ ਨੂੰ ਮੈਂ ਜ਼ਹਿਰ ਦੇ ਕੇ ਹੁਣ ਮਰਵਾਵਾਂਗਾ। ਸਭ ਕੇ ਅਗਵਾਨੀ ਤੇ ਵੇਖ ਲਈ ਸਾਰਿਆਂ ਦੇ ਸਾਹਮਣੇ ਪ੍ਰਗਟੀ ਤੜਫ ਤੜਫ ਕੇ ਮਰ ਜਾਵਣਗੇ। ਬਿਪਰ ਖਿਡਾਵਾ ਇੱਕ ਆਹੈ ਉਹ ਕਹਿੰਦੀ ਕਿਵੇਂ ਜ਼ਹਿਰ ਦੇਵਾਂਗੇ ਫਿਰ ਉਹਨਾਂ ਨੂੰ? ਉਹ ਫਿਰ ਪ੍ਰਿਥੀ ਚੰਦ ਦੱਸਦਾ ਵੀ ਗੱਲ ਇਹ ਆ ਵੀ ਇਹਨਾਂ ਦੇ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਖਡਾਵਾ ਹੈ, ਕੋ ਬ੍ਰਾਹਮਣ ਹੈ ਜੋ ਹਰ ਗੋਬਿੰਦ ਕੇਰਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਡਾਉਂਦਾ ਹੈ, ਲਾਡ ਲੜਾਉਂਦਾ। ਅੱਗੇ ਜਿਵੇਂ ਖਡਾਵੇ ਰੱਖ ਲੈਂਦੇ ਸੀ, ਉਹ ਖਡਾਵਾ ਰੱਖਿਆ ਹੋਇਆ, ਭਾਵ ਕਿਸੇ ਵੇਲੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਾਗੇ ਲਾਗੇ ਜਿਹੜਾ ਰਵੇ। ਉਹ ਮਾਤਾ ਜੀ ਬੜਾ ਤਬਾਰ ਕਰਦੇ ਸੀ ਇਸ ਖਡਾਵੇ ਤੇ। ਤੋ ਇਹ ਪ੍ਰਿਥੀ ਚੰਦ ਕਹਿੰਦਾ ਉਹ ਖਡਾਵਾ ਹੈ ਪੰਡਤ ਇੱਕ ਬ੍ਰਾਹਮਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦੇ ਕਰ ਦਰਬ ਲੁਭਾਏ ਹਾਂ ਤੇ ਹੈ ਬੜਾ ਗਰੀਬ। ਤੇ ਕਿਉਂ ਨਾ ਉਹਨੂੰ ਮੈਂ ਧਨ ਦੇ ਕਰਕੇ ਤੇ ਲੁਭਾਏਮਾਨ ਕਰ ਲਵਾਂ, ਧਨ ਮਾਇਆ ਦੇ ਕੇ ਤੇ ਉਹਨੂੰ ਖਰੀਦ ਲਈਏ ਤਾਂ। ਮਨ ਨਹਿ ਬਚ ਮੇਰਾ ਤੇ ਜੇ ਮਾਇਆ ਦੇ ਦਿੱਤੀ ਤੇ ਆਪਣੀ ਗੱਲ ਉਹ ਜ਼ਰੂਰ ਮੰਨ ਲਵੇਗਾ। ਸੁਣ ਕਰਮ ਇਸ ਜਤਨ ਕੋ ਤੇ ਕਰਮੋਂ ਸੁਣ ਕੇ ਇਸ ਗੱਲ ਨੂੰ ਜਾਣਿਓ ਹੱਥ ਹੋਵੈ ਤੇ ਬੜਾ ਖੁਸ਼ ਹੋਈ। ਤੇ ਮਨ ਵਿੱਚ ਉਹ ਕਰਮਾਂ ਨੂੰ ਹੋਇਆ ਵੀ ਮੰਨ ਲਓ ਵੀ ਹੁਣੇ ਹੀ ਮੇਰੀ ਗੱਲ ਪੂਰੀ ਹੋ ਗਈ ਹੋਵੇ, ਵੀ ਹਰਗੋਬਿੰਦ ਸਾਹਿਬ ਹੁਣ ਸੱਚੀ ਮਾਰ ਦਿੱਤੇ ਹੋਣ। ਸਾਲ ਹਿਰਦੇ ਚਿਰਕਾਲ ਕੋ ਤੇ ਜਿਹੜਾ ਹਿਰਦੇ ਮੇਰੇ ਵਿੱਚ ਬੜੇ ਸਮੇਂ ਦਾ ਛੇਦ ਪਿਆ ਹੋਇਆ ਹੈ, ਇਸ ਬਿਦ ਤੇ ਖੋਵੈ ਵੀ ਇਹ ਠੀਕ ਹੈ ਵਿਧੀ ਹੈ। ਜੇ ਕਿਤੇ ਬ੍ਰਾਹਮਣ ਖਰੀਦ ਲਈਓ ਜ਼ਹਿਰ ਦੇ ਦੇਵੇ ਤੇ ਮੇਰੇ ਜਿਹੜਾ ਹਿਰਦੇ ਦਾ ਛੇਦ ਹੈ ਉਹ ਛੇਤੀ ਪੂਰਾ ਭਰ ਜਾਵੇਗਾ, ਜਾਂ ਉਹ ਹਿਰਦੇ ਵਿੱਚ ਸਲ ਪਟਿਆ ਜਾਵੇਗਾ। ਕਰ ਮਸਲਤ ਮੋਦਤ ਉੱਠੇ ਕਵੀ ਜੀ ਕਹਿੰਦੇ ਇਸ ਤਰ੍ਹਾਂ ਨਾ ਇੱਕ ਦੂਜੇ ਨਾਲ ਸਲਾਹ ਕਰਕੇ ਚੌਥੀ ਪੰਜਵੀਂ ਵਾਰੀ ਤੇ ਫਿਰ ਬਹੁਤ ਖੁਸ਼ ਹੁੰਦੇ ਦੋਵੇਂ ਹੀ। ਹਰ ਚਿੰਤ ਮਹਾਨੀ ਤੇ ਮਨ ਦੇ ਵਿੱਚ ਜਿਹੜੀ ਭਾਰੀ ਚਿੰਤਾ ਸੀ ਉਹ ਕਰਮੋਂ ਦੀ ਨਾਸ਼ ਹੋ ਗਈ ਹੈ। ਜਾਣਿਓ ਕਾਰਜ ਹੋਏ ਗਇਓ ਤੇ ਜਾਣ ਲਿਆ ਵੀ ਹੁਣ ਤਾਂ ਸਮਝ ਲਓ ਵੀ ਕੰਮ ਹੋ ਹੀ ਗਿਆ, ਵੀ ਹਰਗੋਬਿੰਦ ਸਾਹਿਬ ਤਾਂ ਮਰੇ ਲਓ ਜਾਣ ਲਓ। ਹਰ ਗੋਬਿੰਦ ਹਾਨੀ ਤੇ ਇਹ ਐਂ ਪ੍ਰਿਥੀ ਚੰਦ ਨੇ ਗੱਲ ਹੀ ਐਂ ਕਹੀ ਵੀ ਕਰਮ ਨੂੰ ਐਂ ਲੱਗੇ ਵੀ ਸੱਚੀ ਹਰਗੋਬਿੰਦ ਸਾਹਿਬ ਜੀ
ਮਾਰ ਦਿੱਤਿਆ ਤੇ ਗੁਰਿਆਈ ਸਾਡੇ ਪੁੱਤ ਨੂੰ ਮਿਲ ਗਈ ਹੋਵੇ। ਇੱਕ ਦੋਏ ਦਿਨ ਬੀਤੇ ਜਬ ਉਹ ਹੈ, ਕਵੀ ਜੀ ਕਹਿੰਦੇ ਇਸ ਤਰ੍ਹਾਂ ਸਮਾਂ ਬੀਤਿਆ ਤੇ ਇੱਕ ਜਾਂ ਦੋ ਕੁ ਦਿਨ ਜਦੋਂ ਬਤੀਤ ਹੋਏ ਹਨ ਅਵਸਰ ਪਾਇਓ। ਤੇ ਅਵਸਰ ਸਮਾਂ ਜਿਹਾ ਪ੍ਰਾਪਤ ਕਿਤੇ ਇਹ ਪ੍ਰਿਥੀ ਚੰਦ ਨੇ ਆਸਾ ਪਾਸਾ ਜਾਂ ਜਦੋਂ ਵੇਖਿਆ ਬਚਾਇਆ ਹੈ। ਪਰੀ ਰਾਤ ਪਠਦਾ ਸਕੋ, ਜਦੋਂ ਰਾਤ ਪਈ ਨਾ ਤੇ ਗੁਰੂ ਕੇ ਮਹਿਲਾਂ ਵਿੱਚ ਆਪਦਾ ਇੱਕ ਦਾਸ ਭੇਜਿਆ ਇਸ ਪ੍ਰਿਥੀ ਚੰਦ ਨੇ। ਸੋ ਵਿਪੁਰ ਬੁਲਾਇਓ, ਤੇ ਉਹ ਬ੍ਰਾਹਮਣ ਨੂੰ ਆਪਦੇ ਕੋਲ ਸੱਦ ਬੁਲਾ ਲਿਆ ਹੈ। ਸਨਮਾਨਿਓ ਮ੍ਰਿਦ ਬਹਿਨ ਤੇ, ਤੇ ਆਉਂਦੇ ਨੂੰ ਬੜਾ ਸਨਮਾਨ ਕੀਤਾ ਉਹਨੂੰ। ਆਓ ਜੀ ਬ੍ਰਾਹਮਣ ਜੀ, ਮਹਾਰਾਜ ਬੈਠੋ। ਸੋਹਣਾ ਆਸਣ ਦੇ ਕਰਕੇ ਕੰਮ ਜੋ ਲੈਣਾ ਤੇ ਬਿਠਾ ਦਿੱਤਾ ਹੈ। ਨਿਜ ਨਿਕਟ ਬਿਠਾਇਓ, ਤੇ ਆਪਦੇ ਨਾਲ ਹੀ ਆਪਦੇ ਪਲੰਘੇ ਉੱਪਰ ਬਿਠਾ ਸਰਾਣੇ ਵਾਲੇ ਪਾਸੇ ਨੂੰ ਬਿਠਾਉਂਦਾ ਹੈ। ਸੁਭਾ ਸੁਭਾਵ ਤੇਰੋ ਹੈ, ਆਖਿਆ ਹੈ ਬ੍ਰਾਹਮਣ ਜੀ ਤੁਹਾਡਾ ਬੜਾ ਸੋਹਣਾ ਸੁਭਾਅ ਹੈ, ਬਹੁਤ ਵਧੀਆ ਸੁਭਾਅ ਦੇ ਤੁਸੀਂ ਮਾਲਕ ਹੋ ਹਮਰੇ ਉਰ ਪਾਇਓ। ਤੇ ਮੈਨੂੰ ਤੁਸੀਂ ਬੜੇ ਚੰਗੇ, ਤੁਹਾਡਾ ਜਿਹੜਾ ਸੁਭਾਅ ਹੈ ਨਾ ਬ੍ਰਾਹਮਣ ਜੀ, ਸੁਧਾ ਸੁਭਾਅ ਹੈ, ਭੋਲੇ ਸੁਭਾਅ ਦੇ ਤੁਸੀਂ ਤੇ ਮੈਨੂੰ ਬੜੇ ਚੰਗੇ ਲੱਗਦੇ ਹੋ। ਇਸ ਤੋਂ ਆਦਿਕ ਬੜੇ ਸਾਧ ਸੰਗਤ ਦੀ ਇਹ ਬਚਨ ਪ੍ਰਿਥੀ ਚੰਦ ਕਰਦਾ ਰਿਹਾ। ਤੇ ਫਿਰ ਇਹਦਾ ਮਨ ਜਿਹਾ ਟੋਲਿਆ ਵੀ ਕਿਵੇਂ ਉਹ, ਕਿਉਂਕਿ ਇਹ ਚੁਸਤ ਲੋਕ ਜਿਹੜੇ ਉਹ ਪਹਿਲਾਂ ਟੋਹ ਕੇ ਵੇਖ ਲੈਂਦੇ ਆ ਨਾ ਵੀ ਜੇ ਤਾਂ ਉਹਦੀ ਬਦਨਾਮੀ ਜੀ ਕਰਦਾ ਹੈ ਤੇ ਇਹਦਾ ਮਤਲਬ ਵੀ ਇਹਦੇ, ਕਿਉਂਕਿ ਸਾਧ ਸੰਗਤ ਦੀ ਨਿੰਦਾ ਉਹਦੀ ਕਰਦਾ ਕੋਈ ਜਿਹਦੇ ਪ੍ਰਥਾਏ ਆਪਣੇ ਮਨ ਵਿੱਚ ਈਰਖਾ ਹੋਵੇ। ਜੇ ਤੁਹਾਡੇ ਮਨ ਵਿੱਚ ਕਿਸੇ ਦੇ ਪ੍ਰਥਾਏ ਈਰਖਾ ਨਹੀਂ, ਤੁਸੀਂ ਉਹਦੀ ਨਿੰਦਾ ਨਹੀਂ ਕਦੇ ਕਰੋਗੇ। ਤੇ ਸਮਝ ਲਓ ਜੇ ਕੋਈ ਕਿਸੇ ਦੀ ਨਿੰਦਾ ਕਰਦਾ ਹੈ ਤੇ ਉਹ ਮਤਾ ਖਿਆਲ ਕਰੋ ਵੀ ਉਹਦਾ ਰਿਸ਼ਤੇਦਾਰ ਹੈ, ਚਾਹੇ ਸਕਾ ਭਾਈ ਹੈ ਤੇ ਨਾ ਉਹ ਮਿੱਤਰ ਹੈ। ਜੇ ਉਹ ਨਿੰਦਾ ਕਰਦਾ ਤੇ ਸਮਝੋ ਉਹਦੇ ਵਿੱਚ ਈਰਖਾ ਹੈ ਉਸ ਦੇ ਪ੍ਰਥਾਏ, ਕਿਉਂਕਿ ਜਿਹੜੀ ਨਿੰਦਾ ਹੈ ਉਹ ਨਿੰਦਾ ਨੂੰ ਈਰਖਾ ਦੀ ਧੀ ਮੰਨਿਆ ਜਾਂਦਾ ਹੈ। ਈਰਖਾ ਦੇ ਪੇਟੋਂ ਜਨਮ ਲੈਂਦੀ ਨਿੰਦਾ। ਜਿਹਦੇ ਨਾਲ ਨਿੰਦਾ ਈਰਖਾ ਨਾ ਹੋਗੀ ਉਹਦੀ ਕਦੀ ਅਸੀਂ ਨਿੰਦਾ ਨਹੀਂ ਕਰਾਂਗੇ। ਆਪਦੇ ਪੁੱਤ ਨਾਲ ਪ੍ਰੇਮ ਹੈ ਨਾ ਸਾਡਾ, ਤੇ ਮਾੜਾ ਵੀ ਹੋਵੇ ਤੇ ਉਹਦੀ ਨਿੰਦਾ ਕਰਨੀ ਕਿ ਸੁਣ ਲਈਏ ਤੇ ਸਾਨੂੰ ਅੱਗ ਲੱਗ ਜਾਂਦੀ ਹੈ। ਇਸੇ ਤਰ੍ਹਾਂ ਹੀ ਆ, ਕਿਉਂਕਿ ਉਹਦੇ ਨਾਲ ਪ੍ਰੇਮ ਹੈ। ਤੇ ਜਿਹਦੇ ਨਾਲ ਸਾਡਾ ਪ੍ਰੇਮ ਨਹੀਂ ਤੇ ਉਥੇ ਈਰਖਾ ਸਾਡੇ ਹਿਰਦੇ ਵਿੱਚ, ਉਹਦੇ ਪ੍ਰਥਾਏ, ਉਹਦੀ ਨਿੰਦਾ ਸੁਣਨ ਵਿੱਚ ਵੀ ਰਸ ਆਊਗਾ ਤੇ ਉਹਦੀ ਨਿੰਦਾ ਕਰਨ ਵਿੱਚ ਵੀ ਡਾਢਾ ਰਸ ਪ੍ਰਾਪਤ ਹੁੰਦਾ। ਇਸ ਕਰਕੇ ਪ੍ਰਿਥੀ ਚੰਦ ਨੇ ਪਹਿਲਾਂ ਤਾਂ ਮਨ ਟੋਹ ਕੇ ਵੇਖਿਆ ਵੀ ਉਧਰੋਂ ਬੋਲਦਾ ਕਿ ਨਹੀਂ ਬੋਲਦਾ ਮਹਾਰਾਜ ਦੇ ਪ੍ਰਥਾ ਵੀ ਤੂੰ ਤਾਂ ਬੜਾ ਚੰਗਾ ਹੈ, ਮੈਂ ਵੇਹਣਾ ਵੀ ਤੂੰ ਸਾਰਾ ਦਿਨ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖੜਾਉਂਦਾ ਹੈ, ਚੁੱਕਦਾ, ਪਰ ਤੇਰੀ ਕਦਰ ਜੀ ਤਾਂ ਪੈਂਦੀ ਵੇਖੀ ਨਹੀਂ ਕਦੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਉਹ ਵੀ ਅੱਗੋਂ ਫਿਰ ਹੈ ਸੀ ਮਨ ਵਿੱਚ ਥੋੜ੍ਹੀ ਬਹੁਤ ਉਹਦੇ ਵੀ, ਕਹਿੰਦਾ ਹਾਂ ਇਹ ਤਾਂ ਇਸ ਤਰ੍ਹਾਂ ਹੀ ਵੀ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ, ਗੁਜ਼ਾਰਾ ਹੀ ਮਸਾ ਹੁੰਦਾ। ਤੇ ਫਿਰ ਇਹਨੇ ਸਾਧ ਸੰਗਤ ਜੀ ਖੁੱਲੀ, ਕਿਉਂਕਿ ਮਾਇਆ ਚੀਜ਼ ਹੀ ਇਹੋ ਜਿਹੀ ਆ ਜੋ ਮਰਜ਼ੀ ਸੰਸਾਰ ਵਿੱਚ ਖਰੀਦ ਲਓ, ਬੰਦਾ ਖਰੀਦ ਲਓ, ਤੇ ਚਾਹੇ ਸਾਧ ਸੰਗਤ ਜੀ ਕੋਈ ਵੱਡਾ ਪਾਪ ਕਰਾ ਲਓ ਮਾਇਆ ਕਰਕੇ, ਸਭ ਵਿਕ ਜਾਂਦਾ ਮਾਇਆ ਕਰ। ਮਾਇਆ ਦਾ ਪ੍ਰਤਾਪ ਹੀ ਐਸਾ ਹੈ, ਕੋਈ ਵਿਰਲਾ ਹੀ ਹੈ ਸਤ ਵਾਲਾ। ਤੋ ਇਹ ਪ੍ਰਸੰਗ ਜਿਵੇਂ ਇਹਨੂੰ 500 ਰੁਪਇਆ ਦੇ ਕੇ ਖਾਲਸਾ ਜੀ ਪ੍ਰਿਥੀ ਚੰਦ ਨੇ ਖਰੀਦਿਆ ਤੇ ਮਹਾਰਾਜ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖੜਾਉਂਦਾ ਫਿਰ ਇਹ ਛਕਾਉਂਦਾ ਸੀ, ਕਈ ਵਾਰੀ ਕੁਝ ਛਕਾ ਦਿੰਦਾ ਸੀ। ਦਹੀਂ ਵਿੱਚ ਜ਼ਹਿਰ ਪਾਇਆ ਇਹਨੇ। ਉਹ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਹੀ ਫਿਰ ਇਹਦਾ ਪਰਦਾ ਉਘੇੜਿਆ ਤੇ ਜਿਵੇਂ ਫਿਰ ਦੁਸ਼ਟਨ ਬਾਹਮਣ ਮੂਆ ਹੋਏ ਕੈ ਸੂਲ, ਇਹ ਸੂਲ ਹੋ ਕਰਕੇ ਫਿਰ ਬੜਾ ਔਖਾ ਹੋ ਕੇ ਮਰਿਆ ਸੀ। ਉਹ ਕੁਝ ਅਗਲੇ ਦਿਨਾਂ ਵਿੱਚ ਪ੍ਰਸੰਗ ਜਿਵੇਂ ਜਿਵੇਂ ਆਵੇਗਾ ਸੁਣੋ ਜੀ। ਇੱਥੇ ਸਮਾਪਤੀ ਹੈ ਪਈ, ਸਮਾਂ ਹੋਇਆ। ਮਹਾਰਾਜ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਨਮਾਨਿਓ ਮ੍ਰਿਦ ਬੈਨ ਤੇ, ਨਿਜ ਨਿਕਟ ਬਿਠਾਇਓ। ਸ਼ੁਭ ਸੁਭਾਵ ਤੇਰੋ ਹੈ, ਹਮਰੇ ਉਰ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ
ਰਾਖੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਏ ਸੰਤਹਿ ਕੈ ਸਦਾ ਸੰਗ ਨਿਧਾਰਾ ਨਿਧਾਰਾ। ਆਧਾਰ। ਏ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾ ਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ। ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।